जो तुम गिरवर तो हम मोरा, जो तुम चंद तो हम पे है चकोरा। माधवे माधवे तुम ना तोरो तो हम नहीं तोरे। आए प्रभ शरणागति, कृपा निध दयाल। एक अखर हर मन वस्त, नानक होत निहाल। आए प्रभ शरणागति, कृपा निध दयाल। एक अखर हर मन वस्त, नानक होत निहाल। सम्मान जोग गुरु रूप गुरु प्यारी साध संगत जी, गुरु साहिब जी की महान बख्शिश हुई है। गुरु नानक साहिब जी ने तरस करके ਅੰਮ੍ਰਿਤ ਵੇਲੇ ਦੀ ਦਾਤ ਤੇ ਸਾਧ ਸੰਗਤ ਸਾਡੀ ਝੋਲੀ ਵਿੱਚ ਪਾਈ ਹੈ। ਸੋ ਆਓ ਆਪਾਂ ਇਹਦਾ ਲਾਹਾ ਖੱਟੀਏ, ਕਿਉਂਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਸਭ ਤੋਂ ਕੀਮਤੀ ਉਸ ਦਾ ਸਮਾਂ ਹੁੰਦਾ ਹੈ। ਜਿਸ ਨੇ ਸਮੇਂ ਨੂੰ ਸਫਲ ਕੀਤਾ, ਸਮਝ ਲਓ ਉਸਨੇ ਆਪਣੀ ਜ਼ਿੰਦਗੀ ਸਫਲ ਕੀਤੀ ਆ। ਸਮੇਂ ਨੂੰ ਸਫਲ ਕਰਨਾ ਹੀ ਜ਼ਿੰਦਗੀ ਨੂੰ ਸਫਲ ਬਣਾਉਣਾ ਹੈ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਅਦਬ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਤਿਆਗ ਅਤੇ ਵੈਰਾਗ ਦੀ ਮੂਰਤੀ, ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਦੀ ਰਸਨਾ ਤੋਂ ਗਾਇਆ ਹੋਇਆ ਹੈ, ਜੋ ਕਿ ਰਾਗ ਸੋਰਠ ਦੇ ਅੰਦਰ 634 ਅੰਗ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਗੁਰੂ ਤੇਗ ਬਹਾਦਰ ਜੀ ਦੀ ਜਿੰਨੀ ਵੀ ਬਾਣੀ ਹੈ, ਉਹਦੇ ਵਿੱਚ ਵੈਰਾਗ ਸਤਿਗੁਰਾਂ ਦੇ ਵਿੱਚ ਆਪਣੇ ਜੀਵਨ 'ਚ ਹੋਣ ਕਰਕੇ ਉਹਨਾਂ ਦੀ ਬਾਣੀ ਵਿੱਚ ਵੀ ਬੜਾ ਵੈਰਾਗ ਹੈ। ਸਤਿਗੁਰੂ ਜੀ ਹਮੇਸ਼ਾ ਹੀ ਇੱਕ ਮੌਤ ਨੂੰ ਵਿਸ਼ੇ ਨੂੰ ਲੈ ਕੇ ਸਾਨੂੰ ਜੀਆਂ ਨੂੰ ਸਮਝਾਉਂਦੇ ਹੁੰਦੇ ਨੇ। ਗੁਰੂ ਤੇਗ ਬਹਾਦਰ ਜੀ ਅੱਜ ਦੇ ਬਚਨਾਂ ਦੇ ਅੰਦਰ ਗੁਰੂ ਮਹਾਰਾਜ ਕਹਿੰਦੇ ਨੇ ਕਿ ਹੇ ਮੇਰੇ ਪ੍ਰੀਤਮ, ਹੇ ਮੇਰੇ ਮਿੱਤਰ, ਹੇ ਮੇਰੇ ਦੋਸਤ, ਹੇ ਮੇਰੇ ਸੱਜਣ, ਮੈਂ ਤੈਨੂੰ ਇੱਕ ਗੱਲ ਕਹਿੰਦਾ ਹਾਂ, ਇਹ ਗੱਲ ਨੂੰ ਤੂੰ ਪੱਕੇ ਤੌਰ 'ਤੇ ਮਨ 'ਚ ਵਸਾ ਲਵੀਂ, ਕਦੇ ਨਾ ਕੱਢੀ। ਜਿਸ ਤਰ੍ਹਾਂ ਕੰਧ ਹੁੰਦੀ ਆ, ਕੰਧ ਦੇ ਉੱਪਰ ਇੱਕ ਤਸਵੀਰ ਆਪਾਂ ਬਣਾ ਦਈਏ ਰੰਗ ਦੇ ਨਾਲ, ਉਹਨੂੰ ਫਿਰ ਉਹ ਤਸਵੀਰ ਨੂੰ ਕੰਧ 'ਚੋਂ ਵੱਖ ਨਹੀਂ ਕੀਤਾ ਜਾ ਸਕਦਾ। ਬਿਲਕੁਲ ਇਸ ਗੱਲ ਨੂੰ ਆਪਣੇ ਦਿਲ ਦੇ ਵਿੱਚ ਇੱਦਾਂ ਵਸਾ ਕੇ ਰੱਖੀ, ਆਪਣੇ ਦਿਲ 'ਚੋਂ ਕੱਢ ਨਾ ਦਵੀਂ। ਭਾਵ ਇਹਨੂੰ ਲਿਖਣਾ ਹੋਇਆ ਤੇ ਦਿਲ 'ਤੇ ਲਿਖੀ, ਆਪਣੇ ਮਨ 'ਤੇ ਲਿਖੀ। ਇੱਕ ਐਸੀ ਗੱਲ ਹੈ, ਮਹਾਰਾਜ ਕਹਿਣਾ ਕੀ ਚਾਹੁੰਦੇ ਨੇ, ਸੋਰਠ ਮਹੱਲਾ ਨਾਵਾ।
ਸੋਰਠ ਤਾਂ ਰਾਗ ਦਾ ਨਾਮ ਹੈ। ਮਹੱਲਾ 9ਵਾਂ ਤੋਂ ਭਾਵ ਇਹੀ ਕਿ 9ਵੇਂ ਗੁਰੂ ਦੀ ਬਾਣੀ ਆ। ਇੱਥੋਂ ਹੀ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆ। ਪ੍ਰੀਤਮ ਜਾਣ ਲਿਹੋ ਮਨ ਮਾਹੀ। ਹੇ ਮੇਰੇ ਸਾਧ ਸੰਗਤ ਕਰਨ ਵਾਲੇ ਵੀਰ, ਹੇ ਮੇਰੀ ਭੈਣ, ਹੇ ਮੇਰੀ ਮਾਂ, ਹੇ ਮੇਰੇ ਪ੍ਰੀਤਮ, ਹੇ ਸਤਸੰਗੀ ਜਨੋ, ਜਾਣ ਲਿਹੋ ਮਨ ਮਾਹੀ। ਇਹ ਗੱਲ ਨੂੰ ਪੱਕੇ ਤੌਰ ਤੇ ਆਪਣੇ ਮਨ 'ਚ ਵਸਾ ਲਵੋ। ਮੈਂ ਸੱਚ ਕਹਿੰਦਾ ਹਾਂ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਦੁਨੀਆ ਵਿੱਚ ਜਿੰਨੇ ਵੀ ਰਿਸ਼ਤੇ ਨੇ, ਸਾਕ ਨੇ, ਸੰਬੰਧ ਨੇ, ਉਹ ਸੁੱਖਾਂ ਦੇ ਹੁੰਦੇ ਨੇ। ਫਿਰ ਦੁਹਰਾ ਦਈਏ, ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਨੇ, ਹੇ ਸਾਧ ਸੰਗਤ ਕਰਨ ਵਾਲੇ ਪ੍ਰੀਤਮ ਜਨੋ, ਸਤਸੰਗੀ ਜਨੋ, ਦੁਨੀਆ ਵਿੱਚ ਜਿੰਨੇ ਰਿਸ਼ਤੇ ਹੁੰਦੇ ਨੇ ਉਹ ਸੁੱਖਾਂ ਦੇ ਹੁੰਦੇ ਨੇ। ਸੁੱਖ ਕਰਕੇ ਹੀ ਇੱਕ ਦੂਜੇ ਨਾਲ ਨੇੜਤਾ ਆਉਂਦੀ ਆ। ਜਦੋਂ ਕੋਈ ਵਿਪਤਾ ਪੈਂਦੀ ਆ, ਵਿਪਤ ਭਰੀ, ਜਦੋਂ ਕੋਈ ਤੰਗੀ ਆਉਂਦੀ ਆ, ਵਿਪਤ ਭਰੀ ਮੁਸ਼ਕਲ ਆਉਂਦੀ ਆ, ਵਿਪਤ ਭਰੀ ਕੋਈ ਸੰਕਟ ਆਉਂਦਾ ਹੈ, ਸਭ ਹੀ ਸੰਗ ਛਾੜਤ, ਸਾਰੇ ਹੀ ਸੰਗ ਛੱਡ ਕੇ ਭੱਜ ਜਾਂਦੇ ਨੇ। ਕੋ ਨਾ ਆਵਤ ਨੇੜੇ, ਕੋਈ ਨਹੀਂ ਨੇੜੇ ਲੱਗਦਾ। ਪਰ ਜਦੋਂ ਉਹੀ ਬੰਦੇ ਕੋਲੇ ਸੁੱਖ ਮੈਂ ਆਨ, ਸੁੱਖ ਹੁੰਦਾ ਹੈ, ਸਹੂਲਤਾਂ ਹੁੰਦੀਆਂ ਨੇ, ਜਾਂ ਜਾਇਦਾਦ ਹੁੰਦੀ ਆ, ਜ਼ਮੀਨ ਹੁੰਦੀ ਆ, ਬਹੁਤ ਮਿਲ ਬੈਠਤ, ਉਹਦੇ ਲਾਗੇ ਲਾਗੇ ਬਹੁਤ ਉਹਦੇ ਦੋਸਤ ਬਣ ਜਾਂਦੇ ਨੇ, ਉਦੋਂ ਧੱਕੇ ਨਾਲ ਬਣ ਜਾਂਦੇ ਨੇ। ਰਹਿਤ ਚਹੂ ਦਿਸ ਘੇਰੈ, ਉਹਨੂੰ ਚਾਰੇ ਪਾਸਿਓਂ ਘੇਰੀ ਰੱਖਦੇ ਨੇ ਕਿ ਇਹ ਬੰਦੇ ਕੋਲ ਇੰਨੇ ਪੈਸੇ ਨੇ, ਸਾਡੇ ਕੰਮ ਆਵੇਗਾ, ਜਾਂ ਕੋਈ ਰੁਤਬਾ ਹੈ, ਸੁੱਖ। ਵਿਪਤ ਭਰੀ ਉਹੀ ਬੰਦਾ ਜਦੋਂ ਤੇ ਉਹਨੂੰ ਵਿਪਤਾ ਪੈਂਦੀ ਆ, ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ। ਆਖਰੀ ਮੁਗਲ ਸਮਰਾਟ ਹੋਇਆ ਬਹਾਦਰ ਸ਼ਾਹ ਜ਼ਫਰ। ਇੱਕ ਬਹਾਦਰ ਸ਼ਾਹ ਹੋਇਆ ਔਰੰਗਜ਼ੇਬ ਦਾ ਪੁੱਤਰ, ਜਿਹਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਗੱਦੀ ਦਵਾਈ ਸੀ। ਉਹਨੂੰ ਵੀ ਗੱਦੀ ਦਵਾਉਣ 'ਚ ਗੋਬਿੰਦ ਪਾਤਸ਼ਾਹ ਜੀ ਦਾ ਹੀ ਹੱਥ ਸੀ। ਇੱਕ ਸਭ ਤੋਂ ਲਾਸਟ ਹੋਇਆ ਹੈ ਬਹਾਦਰ ਸ਼ਾਹ ਜ਼ਫਰ। ਬੜਾ ਸਿਆਣਾ ਸੀ, ਇਹ ਵੀ ਬਹੁਤ ਸਿਆਣਾ ਸੀ। ਇਹਨੂੰ ਨਾ ਕੀ ਕੀਤਾ, ਅੰਗਰੇਜ਼ਾਂ ਨੇ ਜੇਲ੍ਹ 'ਚ ਬੰਦ ਕਰ ਦਿੱਤਾ, ਇਹਦਾ ਰਾਜ ਖੋਲ੍ਹਿਆ। ਰੰਗੂਨ ਦੀ ਜੇਲ੍ਹ ਵਿੱਚ ਬੰਦ ਹੈ। ਉੱਥੇ ਇਹਨੇ ਬੜੀ ਸੋਹਣੀ ਗੱਲ ਲਿਖੀ, ਕਹਿੰਦਾ ਲੱਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਿਆਰ में, किसकी बनी है आल में न पाएदार में। इन हसरतों से कह दो कहीं और जा बसें, इतनी जगह कहाँ है दिले दागदार में। उम्रे दराज मांग कर लाए थे 4 दिन, कुछ आरजू में कट गई कुछ इंतजार में। कितना बदनसीब है जफर दफन के लिए, 2 गज ਜ਼ਮੀਨਾਂ ਮਿਲੀ ਗੁਏ ਯਾਰ में। ਬਹਾਦਰ ਸ਼ਾਹ ਜ਼ਫਰ ਕਹਿੰਦਾ, ਕਦੇ ਉਹ ਦਿਨ ਹੁੰਦੇ ਸੀ, ਮੈਂ ਉਦਾਹਰਨ ਦੇ ਰਿਹਾ, ਕਦੇ ਉਹ ਦਿਨ ਹੁੰਦੇ ਸੀ, किसी के एक आंसू पर हजारों दिल तड़पते हैं, किसी का उम्र भर रोना जूं ही खता जाता है। ਕਦੇ ਉਹ ਦਿਨ ਸੀ ਜਦੋਂ ਮੈਂ ਤਖਤ ਤੇ ਬਹਿੰਦਾ ਸੀ, ਹਜ਼ਾਰਾਂ ਲੋਕ ਮੇਰੇ ਅੱਗੇ ਹੱਥ ਜੋੜ ਕੇ ਖੜ ਜਾਂਦੇ ਸੀ, ਮੇਰੇ ਮੂੰਹ ਚੋਂ ਹਜੇ ਸ਼ਬਦ ਨਿਕਲਦਾ ਹੀ ਸੀ, ਜਦ ਹੀ ਪੂਰਾ ਹੋ ਜਾਂਦਾ ਸੀ। ਅੱਜ ਮੈਂ ਰੰਗੂਨ ਦੀ ਜੇਲ੍ਹ 'ਚ ਬੰਦ ਹਾਂ। ਅੰਗਰੇਜ਼ਾਂ ਨੂੰ ਕਹਿੰਦਾ ਹਾਂ, ਜਦੋਂ ਮੈਂ ਮਰ ਜਾਵਾਂ ਮੈਨੂੰ 2 ਗਜ ਜ਼ਮੀਨ ਦੇ ਦਿਓ ਦਫਨਾਉਣ ਲਈ। ਇਹ ਨਾ ਹੋਵੇ ਤੁਸੀਂ ਮੇਰਾ ਸਸਕਾਰ ਕਰ ਦਿਓ, ਮੈਂ ਮੁਸਲਮਾਨ ਹਾਂ, ਮੈਨੂੰ ਦਫਨਾ ਦਿਓ। ਪਰ ਉਹ ਆਪਣੇ ਹਿਸਾਬ ਨਾਲ ਚੱਲਦੇ ਨੇ। ਕਿਸੇ ਵੇਲੇ ਹੱਥ ਜੋੜ ਕੇ ਖੜੇ ਸੀ ਲੋਕ ਮੇਰੇ ਅੱਗੇ ਜਦੋਂ ਸੁੱਖ ਸੀ। ਅੱਜ ਮੈਂ ਦੁੱਖ ਹਾਂ, ਅੱਜ ਮੇਰੀ ਕੋਈ ਬਾਤ ਨਹੀਂ ਪੁੱਛਦਾ। ਇਸ ਕਰਕੇ ਇਹ ਆਲਮ ਜਿਹੜੀ ਆ, ਇਹ ਦੁਨੀਆ
ਕਿਸੇ ਦੀ ਨਹੀਂ ਬਣਦੀ। ਬਹਾਦਰ ਸ਼ਾਹ ਜ਼ਫਰ ਕਹਿੰਦਾ, लगता नहीं है दिल मेरा उजड़े दयार में, ये दुनिया किसकी बनी है आल में, ये दुनिया किसे दी नहीं बनती ना पाएदार में, इन हसरतों से कह दो। हसरत कहते ने ख्वाहिशां नूं, सुपनियां नूं, इन्हां सुपनियां नूं कह दो कहीं और जा वसें। हुण कोई होर टिकाणा लभ लैण जाके, होर घर, होर मन, होर दिल। इन हसरतों से कह दो कहीं और जा बसें, इतनी जगह कहाँ है दिले दागदार में, मेरे अंदर कोई जगह नहीं बची। उम्रे दराज मांग कर, रब तो उम्र मंग के लिया सी, किन्ने दिनां दी, 4 दिनां दी। कुछ आरजू में कट गई, कुछ इंतजार में, कुछ सुपने सजाउंदियां दी लंघ गई 2 दिन, कुछ सुपनियां नूं उड़ीकदियां दी लंघ गई। कितना बदनसीब है जफर दफन के लिए, किन्ना मैं बदनसीब राजा हाँ, 2 गज जमीन ना मिली गुए यार में, 2 गज जमीन भी नहीं मिल रही, जेल चज बंद हाँ, ये दुनिया किसे दी नहीं बनदी। गुरु तेग बहादुर जी सुख में आन, बिल्कुल यही गल आ, मैं उदाहरण दिती है सिर्फ। सुख में आन बहुत मिल बैठत, रहत चहू दिस घेरै। सुख दे विच ना बड़े बंदे आके मिलते ने, जिहदे कोले कोई अहुदा होवे, सुख होवे, उहदे रिश्तेदार धक्के नहीं बन जाते। गरीब दा कोई रिश्तेदार भी नहीं बनने नूं तैयार, गरीब दा कोई दोस्त बनने नूं भी नहीं तैयार। विपत भरी विपता पई नहीं, ਉਹੀ ਬੰਦੇ ਜਿਹੜੇ ਕਹਿੰਦੇ ਸੀ ਤੇਰੇ ਨਾਲ ਖੜਾਂਗੇ। ਗੁਰੂ ਤੇਗ ਬਹਾਦਰ ਜੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੈ। ਇਸ ਕਰਕੇ हे ਮੇਰੇ ਮਿੱਤਰ, ਗੁਰੂ ਤੇਗ ਬਹਾਦਰ ਜੀ ਕਹਿੰਦੇ ਤੂੰ ਇਹ ਗੱਲ ਨੂੰ ਜਾਣ ਲੈ ਬੰਦਿਆ, ਤੇਰੇ ਸਾਰੇ ਸਾਥੀ ਸੁੱਖਾਂ ਦੇ ਨੇ, ਤੇਰੇ ਸਾਰੇ ਨਾਤੇ ਸੁੱਖਾਂ ਦੇ ਨੇ। ਜੇ ਤੂੰ ਕਿਸੇ ਨੂੰ ਸੁੱਖ ਦੇ ਰਿਹਾ ਤੇ ਉਹ ਤੇਰੇ ਨਾਲ ਜੁੜਿਆ ਹੋਇਆ ਹੈ। ਜਿਸ ਦਿਨ ਤੇਰੇ ਤੋਂ ਸੁੱਖ ਮਿਲਣਾ ਕਿਸੇ ਨੂੰ ਬੰਦ ਹੋ ਗਿਆ, ਉਸੇ ਦਿਨ ਤੂੰ ਉਹਨਾਂ ਦਾ ਕੁਝ ਨਹੀਂ ਲੱਗਦਾ, ਤੈਨੂੰ ਛੱਡ ਜਾਣਗੇ। ਸੰਬੰਧ ਸੁੱਖਾਂ ਦੇ ਹੁੰਦੇ ਨੇ। ਚਲੋ ਇੱਦਾਂ ਮੈਂ ਕਹਾਂ ਹੋਰ ਤੁਹਾਨੂੰ ਕਲੀਅਰ ਹੋ ਜੂਗੀ। ਵੱਧ ਤੋਂ ਵੱਧ ਦਾਦਕੇ, ਨਾਨਕੇ, ਸਹੁਰੇ ਤੇ ਮਿੱਤਰ ਬੰਦੇ ਦੇ ਹੀ ਰਿਸ਼ਤੇ ਹੁੰਦੇ ਨੇ। ਤੇ ਦਾਦਕਿਆਂ ਦੇ ਰਿਸ਼ਤੇ ਪਿਤਾ ਤੋਂ ਚੱਲਦੇ ਨੇ, ਨਾਨਕਿਆਂ ਦੇ ਰਿਸ਼ਤੇ ਤੇ ਮਾਤਾ ਜੀ ਤੋਂ ਚੱਲਦੇ ਨੇ, ਸਹੁਰਿਆਂ ਦੇ ਰਿਸ਼ਤੇ ਪਤੀ ਪਤਨੀ ਤੋਂ ਚੱਲਦੇ ਨੇ ਤੇ ਮੀਆਂ ਬੀਵੀ ਤੋਂ ਚੱਲਦੇ ਨੇ, ਦੋਸਤਾਂ ਦੇ ਰਿਸ਼ਤੇ ਵਿਚਾਰਾਂ ਤੋਂ ਚੱਲਦੇ ਨੇ। ਪਰ ਮਹਾਰਾਜ ਕਹਿੰਦੇ ਇਹ ਸਾਰੇ ਰਿਸ਼ਤੇ ਦਾਦਕਿਆਂ ਦੇ, ਨਾਨਕਿਆਂ ਦੇ, ਸਹੁਰਿਆਂ ਦੇ, ਦੋਸਤਾਂ ਦੇ ਤੂੰ ਦਿਲ ਦੇ ਵਿੱਚ ਪੱਕੀ ਗੱਲ ਵਸਾ ਲੈ। ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਤੇਰਾ ਅਸਲ ਵਿੱਚ ਕੋਈ ਨਹੀਂ ਇਹਨਾਂ ਚੋਂ, ਇਹ ਸਿਰਫ ਇੱਕ ਸੰਜੋਗ ਕਰਕੇ ਤੈਨੂੰ ਮਿਲ ਗਏ ਨੇ, ਵਿਜੋਗ ਕਰਕੇ ਵਿਛੜ ਜਾਣਗੇ। ਇਹ ਸੁੱਖਾਂ ਕਰਕੇ ਤੇਰੇ ਨਾਲ ਜੁੜੇ ਹੋਏ ਨੇ ਤੇ ਤੂੰ ਵੀ ਘੱਟ ਨਹੀਂ, ਤੂੰ ਵੀ ਸੁੱਖਾਂ ਕਰਕੇ ਇਹਨਾਂ ਦੇ ਨਾਲ ਜੁੜਿਆ ਹੈ। ਦੋਨਾਂ ਧਿਰਾਂ ਨੂੰ ਮਹਾਰਾਜ ਕਹਿ ਰਹੇ ਨੇ, ਕਿਉਂਕਿ ਆਪਾਂ ਵੀ ਦੁਨੀਆ ਚਾਹੁੰਦੇ ਹਾਂ। ਜਦੋਂ ਆਪਾਂ ਕਹਿੰਦੇ ਹਾਂ ਦੁਨੀਆ ਕਿੰਨੀ ਮਲੀਨ ਹੋ ਗਈ, ਅਸੀਂ ਵੀ ਤਾਂ ਦੁਨੀਆ 'ਚ ਹੀ ਆਉਂਦੇ ਹਾਂ। ਲੋਕ ਇੱਦਾਂ ਹੋ ਗਏ, ਅਸੀਂ ਵੀ ਲੋਕਾਂ 'ਚ ਹੀ ਆਉਂਦੇ ਹਾਂ। ਉਹ ਸਾਨੂੰ ਕਹੀ ਜਾਂਦੇ ਆ, ਅਸੀਂ ਉਹਨਾਂ ਨੂੰ ਕਹੀ ਜਾਂਦੇ ਹਾਂ। ਕਵੀ ਤੁਲਸੀਦਾਸ ਜੀ ਦਾ ਇੱਕ ਬਚਨ ਆ, ਬਹੁਤ ਪਿਆਰਾ ਹੈ। ਉਹ ਤੇ ਸੁਖ ਚਾਹਤ ਹੈ, ਉਹ ਮੋਹ ਤੇ ਸੁਖ ਚਾਹਤ ਹੈ। ਮੈਂ ਉਹ ਤੋਂ ਸੁੱਖ ਭਾਲਦਾ ਤੇ ਉਹ ਮੈਥੋਂ ਸੁੱਖ ਭਾਲਦਾ। ਬਸ ਆਹੀ ਰਿਸ਼ਤੇ ਆ ਦੁਨੀਆ ਦੇ। ਤੂੰ ਮੇਰੀ ਖਾਜ ਕਰ ਦੇ, ਮੈਂ ਤੇਰੀ ਖਾਜ ਕਰ ਦਾਂਗਾ। ਇਹੋ ਜਿਹੇ ਰਿਸ਼ਤੇ ਵਿੱਚ ਖੁਰਕ ਦਾ ਰੋਗ ਪੈਦਾ ਹੋਣਾ ਸੁਭਾਵਿਕ ਹੈ ਤੇ ਹੋ ਵੀ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਇੱਕ ਤਸਵੀਰ ਖਿੱਚ ਰਹੇ ਆ ਦੁਨੀਆ ਦੀ, ਜੋ ਸੱਚਾਈ ਆ ਆਪਣੇ ਰਿਸ਼ਤਿਆਂ ਦੀ। ਪਤਨੀ ਉਦੋਂ ਤੱਕ ਪਤੀ ਆ ਜਦੋਂ ਤੱਕ ਉਹ ਸਾਨੂੰ ਰੋਟੀਆਂ ਬਣਾ ਕੇ ਦਿੰਦੀ ਆ, ਜਦੋਂ ਤੱਕ ਉਹ ਕੱਪੜੇ ਪ੍ਰੈਸ ਕਰਕੇ ਦਿੰਦੀ ਆ, ਜਦੋਂ ਤੱਕ ਉਹ ਦੁੱਖ 'ਚ ਖੜਦੀ ਆ, ਸੁੱਖ 'ਚ ਖੜਦੀ ਆ।
ਜਦੋਂ ਭਾਵ ਉਹਨੇ ਸੁੱਖ ਦੇਣਾ ਸਾਨੂੰ ਬੰਦ ਕੀਤਾ, ਜਦੇ ਹੀ ਕੋਰਟ ਦੇ ਵਿੱਚ ਉਹੀ ਬੰਦੇ ਜਿਨ੍ਹਾਂ ਨੇ ਮਹਾਰਾਜ ਦੇ ਨਾਲ 4 ਲਾਵਾਂ ਲਈਆਂ ਹੁੰਦੀਆਂ ਨੇ ਤੇ ਉਹੀ ਇੱਕ ਦੂਜੇ ਤੇ ਤੂਮਤਾਂ ਲਾਉਂਦੇ ਦਿਖਦੇ ਨੇ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ। ਸੁੱਖ ਦੇ ਵਿੱਚ ਬੰਦਿਆ ਤੇਰੇ ਬੜੇ ਸੰਗੀ ਨੇ, ਬਿਪਤ ਭਰੀ, ਬਿਪਤਾ ਵਿੱਚ ਤੇਰਾ ਕੋਈ ਰਾਜੀ ਨਹੀਂ ਮਿੱਤਰ ਬਣਨ ਨੂੰ। ਅੱਗੇ ਮਹਾਰਾਜ ਚੱਲਦੇ ਨੇ, ਹੋਰ ਗਹਿਰਾ ਇਹਨੂੰ ਖੋਲ੍ਹਦੇ ਨੇ ਗੁਰੂ ਤੇਗ ਬਹਾਦਰ ਜੀ। ਘਰ ਕੀ ਨਾਰ ਬਹੁਤ ਹਿਤ ਜਾਸਿਓ। ਘਰ ਕੀ ਨਾਰ, ਘਰ ਦੀ ਜਿਹੜੀ ਪਤਨੀ ਹੁੰਦੀ ਆ ਜਾਂ ਪਤੀ ਹੁੰਦਾ ਹੈ, ਇਹ ਦੋਨਾਂ ਤੇ ਗੱਲ ਟੁੱਕਦੀ ਆ। ਬਹੁਤ ਹਿਤ ਜਾਸਿਓ, ਚਾਹੇ ਹਸਬੈਂਡ ਆ, ਚਾਹੇ ਵਾਈਫ ਆ, ਚਾਹੇ ਪਤੀ ਪਤਨੀ ਆ, ਤੇ ਬਹੁਤ ਹਿੱਤ ਹੁੰਦਾ ਉਹਨਾਂ ਦਾ, ਬਹੁਤ ਸਨੇਹ ਹੁੰਦਾ। ਕਈ ਵਾਰ ਅਸੀਂ ਜਿਹੜੀ ਗੱਲ ਬੱਚਿਆਂ ਨਾਲ ਨਹੀਂ ਕਰ ਸਕਦੇ ਉਹ ਪਤਨੀ ਨਾਲ ਕਰਦੇ ਹਾਂ, ਤੇ ਪਤਨੀ ਆਪਦੇ ਪਤੀ ਨਾਲ ਕਰਦੀ ਹੈ ਸਾਂਝੀ, ਜੋ ਉਹਦੇ ਮਨ 'ਚ ਹੁੰਦਾ ਹੈ। ਬੱਚਿਆਂ ਨਾਲ, ਪੋਤਿਆਂ ਨਾਲ, ਦੋਹਤਿਆਂ ਨਾਲ, ਧੀਆਂ ਨਾਲ ਨਹੀਂ ਉਹ ਗੱਲਾਂ ਹੁੰਦੀਆਂ ਜੋ ਜੀਵਨ ਸਾਥੀ ਦੇ ਨਾਲ ਅਸੀਂ ਕਰਦੇ ਹਾਂ। ਬੜਾ ਸਨੇਹ ਹੁੰਦਾ ਹੈ, ਸਦਾ ਰਹਿਤ ਸੰਗ ਲਾਗੀ, ਇੱਕ ਦੂਜੇ ਨਾਲ ਉਹ ਜੁੜ ਕੇ ਰਹਿੰਦੇ ਨੇ। ਪਰ ਜਬ ਹੀ ਹੰਸ ਤਜੀ ਇਹ ਕਾਇਆ, ਜਦੋਂ ਤੇ ਫਰੀਦ ਸਾਹਿਬ ਜੀ ਦਾ ਇੱਕ ਬਚਨ ਆ, ਫਰੀਦਾ ਦੋਹ ਦੀਵੀ ਬੁਲੰਦਿਆਂ ਮਲਕ ਬੈਠਾ ਆਏ। ਕਹਿੰਦੇ ਜਦੋਂ ਮੌਤ ਦਾ ਫਰਿਸ਼ਤਾ ਆ ਕੇ ਬਹਿੰਦਾ ਹੈ, ਅੱਖਾਂ ਦੇ ਲੈਂਪ ਬੁਝ ਜਾਂਦੇ ਨੇ। ਫਰੀਦਾ ਦੋਹ ਦੀਵੀ ਬੁਲੰਦਿਆਂ ਮਲਕ ਬੈਠਾ ਆਏ, ਅੱਖਾਂ 'ਚ 2 ਦੀਵੇ ਜਗਦੇ ਨੇ, ਲੈਂਪ ਉਹਨੂੰ ਕਹਿ ਰਹੇ ਨੇ। ਤੇ ਇਹ ਜਿਹੜੇ ਲੈਂਪ ਜਗ ਰਹੇ ਨੇ, ਮੌਤ ਦਾ ਫਰਿਸ਼ਤਾ ਆ ਕੇ ਫੂਕ ਮਾਰ ਦਿੰਦਾ ਉਹਨਾਂ ਤੇ, ਬੁਝਾ ਦਿੰਦਾ ਹੈ। ਇਸ ਕਰਕੇ ਦੋਹ ਦੀਵੀ ਬੁਲੰਦਿਆ ਮਲਕ ਬੈਠਾ ਆਏ, ਕੱਟ ਲੀਤਾ ਕੱਟ ਲੁੱਟਿਆ ਦੀਵੜੇ ਗਿਆ ਬੁਝਾਏ। ਉਹ ਆ ਕੇ ਆ ਸਰੀਰ ਇੱਕ ਕਿਲਾ ਹੈ, ਉਹ ਆਉਂਦਾ ਹੈ ਲਸ਼ਕਰ ਲੈ ਕੇ ਤੇ ਇਹ ਕਿਲੇ ਨੂੰ ਲੁੱਟ ਕੇ ਲੈ ਜਾਂਦਾ, ਜਗਦੇ ਹੋਏ ਲੈਂਪ ਬੁਝਾ ਜਾਂਦਾ ਹੈ। ਉਦੋਂ ਫਿਰ ਕੀ ਹੁੰਦਾ, ਜਾਂਦੀ ਵਾਰ ਡਰਾਉਣਾ ਬਣਿਆ, ਹੱਥ ਨਾ ਲਾਉਂਦੇ ਡਰਦੇ, ਜਿਨ੍ਹਾਂ ਲਈ ਤੂੰ ਪਾਪ ਕਮਾਏ, ਕਿੱਥੇ ਗਏ ਤੇਰੇ ਕਰਦੇ। ਜਬ ਹੀ ਹੰਸ ਤਜੀ ਇਹ ਕਾਇਆ, ਜਦੋਂ ਇੱਦਾਂ ਦਾ ਸਰੂਪ ਬੰਦੇ ਦਾ ਬਣਦਾ ਹੈ, ਪ੍ਰੇਤ ਪ੍ਰੇਤ ਕਰ ਭਾਗੀ, ਉਦੋਂ ਘਰ ਵਾਲੀ ਜਾਂ ਘਰ ਵਾਲਾ, ਪਤੀ ਪਤਨੀ ਕਹਿੰਦੇ ਨੇ ਇਹ ਲਾਸ਼ ਹੈ, ਇਹ ਮਤਲਬ ਇੱਦਾਂ ਮਰ ਗਿਆ ਹੈ। ਉਹ ਤਾਂ ਉਹਨਾਂ ਨੇ ਕਹਿਣਾ ਹੀ ਆ, ਪਰ ਮਹਾਰਾਜ ਅਸਲ 'ਚ ਇਹ ਚੀਜ਼ ਅੰਤ ਵਿੱਚ ਸਿੱਟਾ ਇਹਦਾ ਇਹ ਕੱਢਦੇ ਨੇ, ਬੰਦਿਆ ਇਹਨਾਂ ਰਿਸ਼ਤਿਆਂ ਤੋਂ ਇੱਕ ਰਿਸ਼ਤਾ ਹੈ ਨਿਆਰਾ, ਉਹ ਪਰਮਾਤਮਾ ਦਾ ਹੈ। ਤੈਨੂੰ ਇਹ ਸਾਕ ਨਾਨਕਿਆਂ ਦੇ, ਦਾਦਕਿਆਂ ਦੇ, ਸਹੁਰਿਆਂ ਦੇ, ਇਹ ਗੁਰੂ ਸਾਹਿਬ ਨੇ ਦਿੱਤੇ ਨੇ। ਗੁਰਬਾਣੀ ਦੀ ਮੋਹਰ ਲੱਗੀ, ਲਾਵਾਂ ਹੋਈਆਂ, ਤੇਰੀ ਮਾਤਾ ਤੋਂ ਨਾਨਕਿਆਂ ਦੇ ਰਿਸ਼ਤੇ ਬਣੇ ਨੇ, ਤੇ ਤੇਰੇ ਪਿਤਾ ਜੀ ਤੋਂ ਹੀ ਦਾਦਕਿਆਂ ਦੇ ਰਿਸ਼ਤੇ ਬਣੇ ਨੇ, ਤੇ ਇੱਦਾਂ ਹੀ ਫਿਰ ਤੈਨੂੰ ਸਹੁਰਿਆਂ ਦੇ ਰਿਸ਼ਤੇ ਪਤਨੀ ਕਰਕੇ ਮਿਲੇ ਨੇ। ਤੇ ਉਹ ਗੁਰਬਾਣੀ ਦੀ ਮੋਹਰ ਲੱਗੀ ਸੀ, ਲਾਵਾਂ ਹੋਈਆਂ, ਫਿਰ ਅੱਗੇ ਵਧੇ ਨੇ। ਤਾਂ ਕਰਕੇ ਤਾਂ ਸਾਰੇ ਰਿਸ਼ਤੇ ਕੁਰਬਾਨ ਕੀਤੇ ਜਾ ਸਕਦੇ ਨੇ ਗੁਰੂ ਤੋਂ, ਕਿਉਂਕਿ ਉਹ ਉਹਦੇ ਵਿੱਚੋਂ ਹੀ ਪੈਦਾ ਹੋਏ ਨੇ। ਭਾਵ ਇੱਦਾਂ ਤੁਸੀਂ ਵੱਧ ਸਮਝ ਜਾਓਗੇ। ਹੋਰ ਸਿਰਫ ਉਦਾਹਰਨ ਆ, ਇਹ ਜੜ ਹੁੰਦੀ ਆ ਦਰਖਤ ਦੀ ਜੜ, ਉਹ ਭਾਵੇਂ ਜ਼ਮੀਨ 'ਚ ਦਿਖਦੀ ਨਹੀਂ, ਆਪਾਂ ਕਹੀ ਜਾਂਦੇ ਹਾਂ ਟਹਿਣੀਆਂ ਬੜੀਆਂ ਸੋਹਣੀਆਂ, ਤਣਾ ਕਿੰਨਾ ਮੋਟਾ, ਆਮ ਹੀ ਆਪਾਂ ਗੱਲਾਂ ਕਰਦੇ ਹਾਂ, ਆਹ ਦਰਖਤ ਕਿੰਨਾ ਸੋਹਣਾ, ਫੁੱਲ ਕਿੰਨੇ ਸੋਹਣੇ ਖਿੜੇ ਆ, ਖਿੜੇ ਤਾਂ ਉਹ ਜੜ ਕਰਕੇ ਆ। ਰਿਸ਼ਤੇ ਚੰਗੇ ਨੇ, ਬਹੁਤ ਮਿਠਾਸ ਹੋਣੀ ਚਾਹੀਦੀ ਆ ਰਿਸ਼ਤਿਆਂ 'ਚ, ਕਿਉਂਕਿ ਇਹ ਗੁਰੂ ਮਹਾਰਾਜ ਨੇ ਸਾਨੂੰ ਬਖਸ਼ੇ ਨੇ, ਸਾਨੂੰ ਇਹਨਾਂ ਦੀ ਕਦਰ ਕਰਨੀ ਆਉਣੀ ਚਾਹੀਦੀ ਹੈ। ਜੜ ਨੂੰ ਅਸੀਂ ਭੁੱਲ ਜਾਂਦੇ ਹਾਂ, ਜਿਹਦੇ ਕਰਕੇ ਤਾਂ ਫੁੱਲ ਖਿੜੇ ਸੀ, ਜਿਹੜੀਆਂ ਲਾਵਾਂ ਕਰਕੇ ਰਿਸ਼ਤੇ ਜੁੜੇ ਸੀ, ਉਹ ਗੁਰੂ ਨੂੰ ਹੀ ਭੁੱਲ ਗਏ ਹਾਂ। ਗੱਲ ਇਹ ਨਹੀਂ ਕਿ ਆਪਾਂ ਮਰ ਜਾਣਾ, ਇਹ ਤਾਂ ਮਹਾਤਮਾ ਬੁੱਧ ਜੀ ਵੀ ਕਹਿੰਦੇ ਨੇ, ਕਹਿੰਦੇ ਇਹ ਗੱਲ ਤਾਂ ਕਹਿੰਦੇ ਯਕੀਨ ਨਹੀਂ ਤੂੰ ਜਾਣ ਲਾ ਨਾ, ਧੰਮਪਦ ਗ੍ਰੰਥ ਵਿੱਚ ਕਹਿੰਦੇ ਨੇ, ਕਹਿੰਦੇ ਇੱਕ ਦਿਨ ਆਵੇਗਾ
ਜਿੱਦਣ ਤੂੰ ਬੇਸੁੱਧ ਜੀ ਲੱਕੜੀ ਦੇ ਵਾਂਗ, ਬਿਲਕੁਲ ਬੇਸੁੱਧ ਲੱਕੜੀ ਨਹੀਂ ਹੁੰਦੀ, ਸੁੱਕੀ ਹੋਈ, ਇੱਦਾਂ ਧਰਤੀ ਤੇ ਪਿਆ ਹੋਵੇਂਗਾ। ਉਹ ਦਿਨ ਕੋਈ ਦੂਰ ਨਹੀਂ, ਪਰ ਇਹ ਗੱਲ ਦਾ ਗਮ ਨਾ ਕਰ, ਇਹ ਗੱਲ ਦਾ ਤੂੰ ਗਮ ਨਾ ਕਰਕੇ ਤੂੰ ਫਨਾ ਹੋ ਜਾਏਗਾ, ਮਰ ਜਾਏਗਾ। ਸਗੋਂ ਇਹ ਕਹਿ ਮੈਂ ਗੁਰੂ ਨੂੰ ਨਾਲ ਲੈ ਕੇ ਜ਼ਿੰਦਗੀ ਜਿਉਵਾਂਗਾ, ਫੇਰ ਮੈਨੂੰ ਕੋਈ ਡਰ ਨਹੀਂ। ਕੋਈ ਮਤਲਬ ਡਰ ਹੋਵੇਗਾ ਉਹਨੂੰ, ਸਿੱਧੀ ਜੀ ਗੱਲ, ਮਤਲਬ ਸਾਫ਼-ਸਾਫ਼, ਜਿਹਨੇ ਕੋਈ ਬੰਦਗੀ ਨਹੀਂ ਕੀਤੀ ਕਦੇ ਮੌਤ ਦਾ। ਜੋਵਨ ਜਾਂਦੇ ਨਾ ਡਰਾਂ, ਫਰੀਦ ਸਾਹਿਬ ਜੀ ਕਹਿੰਦੇ ਨੇ, ਉਹਨਾਂ ਦੇ ਸਲੋਕਾਂ 'ਚ ਤੁਸੀਂ ਸਰਵਣ ਕਰਦੇ ਰਹਿੰਦੇ ਹੋ। ਜੋਵਨ ਜਾਂਦੇ, ਜੋਵਨ ਕਹਿੰਦੇ ਆ ਜਵਾਨੀ, ਮੈਨੂੰ ਜਵਾਨੀ ਜਾਣ ਦਾ ਡਰ ਨਹੀਂ ਕੋਈ ਵੀ। ਭਗਤ ਫਰੀਦ ਜੀ ਕਹਿੰਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਜੇ ਮੇਰੀ ਰੱਬ ਦੇ ਨਾਲ ਪ੍ਰੀਤ ਨਾ ਟੁੱਟੇ, ਫੇਰ ਮੈਨੂੰ ਜਵਾਨੀ ਜਾਣ ਦਾ ਕੋਈ ਗਮ ਨਹੀਂ, ਕੋਈ ਗਮ ਨਹੀਂ ਹੈ। ਕਿਉਂਕਿ ਫਰੀਦਾ ਕੀਤੀ ਜੋਵਨ ਪ੍ਰੀਤ ਬਿਨ, ਕਿੰਨੀਆਂ ਹੀ ਜਵਾਨੀਆਂ, ਕਿੰਨੀਆਂ ਹੀ ਜਵਾਨੀਆਂ, ਕਿੰਨੇ ਹੀ ਜਵਾਨ ਲੋਕ, ਜਵਾਨ ਇਸਤਰੀਆਂ ਪ੍ਰੀਤ ਬਿਨ, ਰੱਬ ਦੀ ਪ੍ਰੀਤੀ ਤੋਂ ਬਿਨਾਂ ਸੁੱਕ ਗਏ ਕੁਮਲਾਏ। ਸੁੱਕ ਗਏ ਨੇ ਜਾਂ ਤਾਂ ਭਾਵ ਮਰ ਗਏ ਨੇ, ਕੁਮਲਾਏ, ਜਾਂ ਉਦਾਸ ਉਦਾਸ ਜ਼ਿੰਦਗੀ ਜਿਉ ਰਹੇ ਨੇ। ਇੱਕ ਤਾਂ ਵੈਰਾਗ ਹੁੰਦਾ ਹੈ, ਇੱਕ ਵੈਸੇ ਉਦਾਸ ਹੋਣਾ ਹੁੰਦਾ। ਵੈਰਾਗ ਅਵਸਥਾ ਹੈ, ਉਦਾਸ ਹੋਣਾ, ਨਿਰਾਸ਼ ਹੋਣਾ ਇਹ ਇੱਕ ਔਗਣ ਹੈ, ਇੱਕ ਕਮੀ ਆ। ਵੈਰਾਗ ਕੁਝ ਹੋਰ ਆ। ਵੈਰਾਗ ਹੈ ਮੈਂ ਵਿਛੜਿਆ ਹਾਂ ਪਰਮਾਤਮਾ ਤੋਂ। ਉਦਾਸੀ ਇਹ ਆ ਕਿ ਉਹ ਬੰਦਾ ਇੱਦਾਂ ਵਧੀਆ ਹੈ, ਮੈਂ ਇੱਦਾਂ ਹੋ ਗਿਆ, ਇਹਨੂੰ ਉਦਾਸੀ ਆਪਾਂ ਕਹਿੰਦੇ ਆ। ਅਤੇ ਗੁਰੂ ਤੇਗ ਬਹਾਦਰ ਜੀ ਵੀ ਉਹੀ ਗੱਲ ਕਹਿੰਦੇ ਨੇ, ਜਬ ਹੀ ਹੰਸ ਤਜੀ ਏ ਕਾਇਆ, ਬੰਦੇ ਦੇ ਵਿੱਚ ਇੱਕ ਨੂਰ ਹੈ। ਆਹ ਸਰੀਰ ਦਾ ਕੋਈ ਨੂਰ ਨਹੀਂ, ਆਤਮਾ ਦਾ ਨੂਰ ਹੈ। ਜੇ ਤਾਂ ਸਰੀਰ ਦਾ ਨੂਰ ਹੋਵੇ, ਫਿਰ ਮਰਨ ਤੋਂ ਬਾਅਦ, ਆਤਮਾ ਨਿਕਲਣ ਤੋਂ ਬਾਅਦ ਵੀ ਇਹ ਬਣੀ ਰਹੇ, ਉੱਦਾਂ ਦਾ ਸਰੀਰ, ਉੱਦਾਂ ਦਾ ਰੰਗ ਇਹਦਾ, ਇਹ ਤਾਂ ਕਾਲਾ ਹੋ ਜਾਂਦਾ। ਨੂਰ ਸਾਦਾ ਸਾਰਾ ਦੇ ਸਾਰਾ ਪ੍ਰਕਾਸ਼ ਪਰਮਾਤਮਾ ਦਾ ਹੀ ਇਹਦੇ ਵਿੱਚ ਹੈ ਪਿਆਰਿਓ, ਜਿਹਦੇ ਕਰਕੇ ਕਹੋ ਕਬੀਰ ਇਹੋ ਰਾਮ ਕੀ ਅੰਸ਼, ਇਹ ਹੈ ਉਹਦੀ ਅੰਸ਼। ਜਿਵੇਂ ਉਹ ਸਮੁੰਦਰ ਆ, ਇਹ ਉਹਦੀ ਬੂੰਦ ਆ ਸਾਡੇ ਸਭ ਦੇ ਵਿੱਚ। ਉਹ ਸੂਰਜ ਆ, ਇਹ ਉਹਦੀ ਇੱਕ ਕਿਰਨ ਆ। ਉਹ ਫੁੱਲ ਆ ਅਤੇ ਇਹ ਉਹਦੀ ਇੱਕ ਖੁਸ਼ਬੂ ਆ, ਛੋਟੀ ਜਿਹੀ ਫਰੈਗਰੈਂਸ ਆ ਸਭ ਦੇ ਅੰਦਰ। ਪਰ ਇਹਨੂੰ ਆਪਾਂ ਉੱਥੇ ਲੈ ਕੇ ਜਾਣਾ ਹੈ, ਬੂੰਦ ਸਮੁੰਦਰ ਵਿੱਚ ਮਿਲ ਜੇ, ਫਿਰ ਗੱਲ ਬਣ ਜਾਂਦੀ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਸਿਉ ਨੇਹੋਂ ਲਗਾਇਓ। ਇਸ ਕਰਕੇ ਗੁਰੂ ਤੇਗ ਬਹਾਦਰ ਜੀ ਕਹਿੰਦੇ, ਅੰਤ ਬਾਰ ਨਾਨਕ ਬਿਨ ਹਰਿ ਜੀ ਕੋ ਕਾਮ ਨਾ ਆਇਓ। ਬਹੁਤ ਸਰਲ ਇਹ, ਮਤਲਬ ਉਹਨਾਂ ਨੇ ਸਿੱਧਾ ਸਿੱਧਾ ਹੀ ਕਿਹਾ ਹੈ, ਅੰਤ ਬਾਰ, ਅਖੀਰਲੇ ਸਮੇਂ, ਨਾਨਕ ਬਿਨ ਹਰਿ ਜੀ, ਹੇ ਨਾਨਕ ਹਰੀ ਤੋਂ ਬਿਨਾਂ, ਰੱਬ ਤੋਂ ਬਿਨਾਂ ਕੋ ਕਾਮ ਨਾ ਆਇਓ, ਕੋਈ ਕੰਮ ਨਹੀਂ ਆਉਂਦਾ। ਨਾ ਦੇਖਨੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਿਰਾਗ ਬੁਝਨੇ ਲਗਾ ਤਬ ਰੌਸ਼ਨੀ ਦੇਖੀ। ਜ਼ਿੰਦਗੀ ਨੂੰ ਇਉਂ ਜਿਉਇਆ, ਟਾਈਮ ਪਾਸ ਕੀਤਾ, ਜਦੋਂ ਸਮਾਂ ਸਫਲ ਨਹੀਂ ਹੋਇਆ ਫਿਰ ਪਛਤਾਏ, ਕਿਉਂਕਿ ਜਿਨ੍ਹਾਂ ਚੀਜ਼ਾਂ ਨਾਲ ਸਨੇਹ ਸੀ ਬਹੁਤਾ, ਉਹ ਕੰਮ ਨਹੀਂ ਆਈਆਂ। ਮਹਾਰਾਜ ਇਹ ਨਹੀਂ ਕਹਿ ਰਹੇ ਕਿ ਤੁਸੀਂ ਰਿਸ਼ਤੇ ਨਾ ਨਿਭਾਓ, ਜ਼ਿੰਮੇਵਾਰੀਆਂ ਨਾ ਨਿਭਾਓ, ਤਾਂ ਤੁਹਾਡੇ ਕੋਲ ਪੈਸੇ ਨਹੀਂ ਹੋਣੇ ਚਾਹੀਦੇ, ਇਹ ਤਾਂ ਕਿਤੇ ਵੀ ਨਹੀਂ ਲਿਖਿਆ। ਕਬੀਰ ਸਾਹਿਬ ਜੀ ਕਹਿੰਦੇ, ਮੈਂ ਇੱਕ ਗੱਲ ਦੇਖਦਾ, ਨਿਰਧਨ ਆਦਰ ਕੋਈ ਨਾ ਦੇ। ਭਗਤ ਕਬੀਰ ਜੀ, ਨਿਰਧਨ ਹੁੰਦਾ ਜਿਹਦੇ ਕੋਲ ਕੋਈ ਪੈਸਾ ਨਹੀਂ, ਜਿਹਦੇ ਕੋਲ ਕੋਈ ਪੈਸਾ ਨਹੀਂ, ਆਦਰ ਕੋਈ ਨਾ ਦੇ, ਉਹਦੀ ਕੋਈ ਇੱਜ਼ਤ ਨਹੀਂ ਕਰਦਾ। ਗ੍ਰਹਿ ਸੋਭਾ ਜਾਂ ਕਹਿ ਰੇ ਨਾਹੇ, ਜਿਹਦੇ ਕੋਲ 4 ਪੈਸੇ ਹੀ ਹੈ ਨਹੀਂ, ਆਵਤ ਪਈਆ ਖੁਦੇ ਜਾਹੇ, ਉਹ ਪ੍ਰਾਹੁਣਿਆਂ ਨੂੰ ਕੀ ਖਵਾਊਗਾ, ਮਹਿਮਾਨਾਂ ਨੂੰ ਕੀ ਖਵਾਊਗਾ। ਜੇ ਆ ਜਾਣ 4 ਬੰਦੇ, ਸਾਧੂ ਸੰਤ ਤਾਂ ਭੁੱਖੇ ਚਲੇ ਜਾਣਗੇ। ਪੈਸਾ ਬੜਾ ਜ਼ਰੂਰੀ ਅੰਗ ਹੈ, ਕੋਠੀ ਮਕਾਨ ਬੜਾ ਜ਼ਰੂਰੀ ਅੰਗ ਆ, ਕੱਪੜੇ ਬੜੇ ਜ਼ਰੂਰੀ ਨੇ, ਪਰ ਉਹਦੇ ਵਿੱਚ ਇੱਕ ਪਰ ਹੈ। ਪਰ ਸਿੱਖਾ, ਜਿਹਨੇ ਤੈਨੂੰ ਇਹ ਬਖਸ਼ਿਆ ਸੀ, ਉਹਨੂੰ ਨਾ ਭੁਲਾ ਦੇਵੀਂ, ਉਹਨੂੰ ਨਾ ਭੁੱਲ ਜਾਈਂ। ਫਿਰ ਜਾਂਦੀ ਵਾਰ ਡਰਾਉਣਾ ਬਣਿਆ, ਹੱਥ ਨਾ ਲਾਉਂਦੇ ਡਰਦੇ,
ਜਿਨ੍ਹਾਂ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ। ਅਖੀਰਲੇ ਸਮੇਂ ਦੇ ਵਿੱਚ ਭਾਵ ਉਹ ਚੀਜ਼ ਮਿਸ ਹੋ ਜਾਏਗੀ ਜਿਨ੍ਹਾਂ ਲਈ ਜਿਹਨੇ ਤੈਨੂੰ ਸਭ ਬਖਸ਼ਿਆ। ਜੇ ਤੂੰ ਜੜ ਨੂੰ ਭੁੱਲ ਗਿਆ ਤੂੰ ਸੁੱਕ ਜਾਏਗਾ, ਕੁਮਲਾ ਜਾਏਗਾ, ਮੁਰਝਾ ਜਾਏਗਾ। ਬੜੀਆਂ ਹੀ ਸਾਖੀਆਂ ਆਉਂਦੀਆਂ ਨੇ। ਭਗਤ ਫਰੀਦ ਜੀ ਇੱਕ ਦਿਨ ਸਜੇ ਹੋਏ ਸਨ, ਇੱਦਾਂ ਜ਼ਮੀਨ 'ਤੇ ਬੈਠੇ ਸੀ। ਫਕੀਰਾਂ ਦਾ ਇੱਕ ਸੁਭਾਅ ਹੁੰਦਾ ਥੋੜ੍ਹਾ, ਇਹ ਇੱਦਾਂ ਹੁੰਦੇ ਨੇ, ਇਹ ਕਹਿੰਦੇ ਨੇ ਮਿੱਟੀ 'ਤੇ ਮਿੱਟੀ ਲੱਗੀ ਹੈ। ਮਤਲਬ ਸਾਡੇ ਪਿੰਡੇ 'ਤੇ ਮਿੱਟੀ ਲੱਗ ਜੇ, ਅਸੀਂ ਕਹਿਣਾ ਮਿੱਟੀ ਲੱਗ ਗਈ। ਫਰੀਦ ਜੀ ਨੇ ਕਹਿਣਾ ਨਹੀਂ, ਪਿੰਡੇ 'ਤੇ ਮਿੱਟੀ ਨਹੀਂ ਲੱਗੀ, ਮਿੱਟੀ 'ਤੇ ਮਿੱਟੀ ਲੱਗੀ ਹੈ। ਇੱਦਾਂ ਦਾ ਥੋੜ੍ਹਾ ਜੀਵਨ ਸੀ ਵੈਰਾਗ ਵਿੱਚ। ਇੱਕ ਦਿਨ ਇੱਕ ਪਠਾਨ ਆਇਆ ਚੱਲ ਕੇ, ਬੜੀ ਸੋਹਣੀ ਉਹਨੇ ਪੱਗ ਬੰਨ੍ਹੀ ਹੋਈ ਹੈ, ਪੂਰਾ ਲਿਸ਼ਕਾਂ ਮਾਰਦਾ ਹੈ, ਸੋਹਣੇ ਕੱਪੜੇ ਪਾਏ ਨੇ। ਫਰੀਦ ਸਾਹਿਬ ਜੀ ਬੈਠੇ ਹੋਏ ਸੀ, ਨਮਾਜ਼ ਪੜ੍ਹੀ ਜਾਂਦੀ ਆ, ਉਹਨਾਂ ਮੱਥਾ ਟੇਕਿਆ। ਨਮਾਜ਼ ਦੀ ਸਮਾਪਤੀ 'ਤੇ ਮੱਥਾ ਟੇਕਦੇ ਨੇ ਜਿਵੇਂ ਆਪਾਂ ਟੇਕਦੇ ਹਾਂ। ਫਰੀਦ ਸਾਹਿਬ ਜੀ ਨੇ ਤਾਂ ਟੇਕਤਾ ਮੱਥਾ, ਪਠਾਨ ਉੱਦਾਂ ਹੀ ਖੜਾ ਰਿਹਾ। ਪਠਾਨ ਕਹਿੰਦਾ ਮੇਰੇ ਨਵੀਂ ਪੱਗ ਬੰਨ੍ਹੀ ਆ, ਕੱਪੜੇ ਮੇਰੇ ਪਾਏ ਆ, ਜ਼ਮੀਨ 'ਤੇ ਹੀ ਨਮਾਜ਼ ਪੜ੍ਹੀ ਜਾਂਦੇ, ਮਸੱਲਾ ਵੀ ਨਹੀਂ ਵਿਛਾਇਆ। ਮਸੱਲਾ ਕਹਿੰਦੇ ਨੇ ਇਸਲਾਮ ਦੇ ਵਿੱਚ ਮੈਟ ਨੂੰ, ਚਟਾਈ ਨੂੰ, ਸਫ ਨੂੰ ਆਪਾਂ ਬੜੇ ਨਾਮ ਦੇ ਦਿੰਦੇ ਹਾਂ। ਆਪਾਂ ਕਹਿੰਦੇ ਮੈਟ ਵਿਛਾ ਲਓ, ਕਈ ਕਹਿੰਦੇ ਸਫ ਵਿਛਾ ਲਓ, ਕਈ ਕਹਿੰਦੇ ਚਟਾਈ ਵਿਛਾ ਲਓ, ਇੱਦਾਂ ਕਰਕੇ। ਅਤੇ ਚਟਾਈ ਵੀ ਨਹੀਂ ਅੱਜ ਤਾਂ ਕੋਈ ਵਿਛਾਈ, ਉੱਦਾਂ ਹੀ ਖੜਾ ਰਿਹਾ। ਫਰੀਦ ਸਾਹਿਬ ਜੀ ਕਹਿੰਦੇ ਫਰੀਦ ਮੈਂ ਭੁਲਾਵਾ ਪੱਗ ਦਾ, ਪਠਾਨ ਨੂੰ ਕਹਿ ਰਹੇ ਨੇ, ਮੈਂ ਭੁੱਲਿਆ ਜਿਹਾ ਬੰਦਾ, ਭੁਲਾਵਾ ਪੱਗ ਦਾ, ਮੱਤ ਮੈਲੀ ਹੋ ਜਾਏ। ਮੈਂ ਕਹਿੰਦਾ ਇਹ ਮੈਲੀ ਨਾ ਹੋ ਜਾਏ ਕਿਤੇ, ਡਰਦਾ ਵਾਂ। ਫਰੀਦਾ ਮੈਂ ਭੁਲਾਵਾ ਪੱਗ ਦਾ, ਮੱਤ ਮੈਲੀ ਹੋਏ ਜਾਏ। ਗਹਿਲਾ ਰੂਹ ਨਾ ਜਾਣੀ, ਪਰ ਮੇਰੀ ਰੂਹ ਨਹੀਂ ਜਾਣਦੀ, ਇਹਦੀ ਰੂਹ ਨਹੀਂ ਜਾਣਦੀ। ਸਿਰ ਪੀ ਮਿੱਟੀ ਖਾਏ। ਇੱਕ ਦਿਨ ਜਿਹੜੇ ਸਿਰ 'ਤੇ ਪੱਗ ਬੰਨ੍ਹੀ ਆ ਉਹਨੇ ਵੀ ਮਿੱਟੀ ਹੋ ਜਾਣਾ। ਗੱਲ ਇਹ ਨਹੀਂ ਕਹਿ ਰਹੇ ਕਿ ਉਹ ਪੱਗ ਨੂੰ ਮਿੱਟੀ ਲਾ ਕੇ ਰੱਖੋ, ਇੱਦਾਂ ਕਰੋ। ਦਰਅਸਲ ਗੱਲ ਉਹ ਕਹਿ ਰਹੇ ਆ ਕਿ ਬੰਦੇ ਨੂੰ ਮੌਤ ਨਹੀਂ ਆਪਦੀ ਯਾਦ ਹੈਗੀ, ਉਹਦੀ ਰੂਹ ਇਹ ਜਾਣਦੀ ਨਹੀਂ ਕਿ ਉਹਨੇ ਮਰ ਜਾਣਾ ਹੈ, ਉਹਨੇ ਮੁੱਕ ਜਾਣਾ ਹੈ। ਪ੍ਰੀਤਮ ਜਾਣ ਲਿਹੋ ਮਨ ਮਾਹੀ। ਗੁਰੂ ਸਾਹਿਬ ਜੀ ਸਾਨੂੰ ਕਹਿੰਦੇ, ਗੁਰੂ ਤੇਗ ਬਹਾਦਰ ਜੀ, ਪ੍ਰੀਤਮ ਜਾਣ ਲਿਹੋ। ਹੇ ਮੇਰੇ ਪ੍ਰੀਤਮ, ਹੇ ਮੇਰੇ ਮਿੱਤਰ, ਇਸ ਗੱਲ ਨੂੰ ਤੂੰ ਪੱਕੀ ਤਰ੍ਹਾਂ ਜਾਣ ਲਾ। ਦੁਨੀਆ 'ਚ ਜਿੰਨੇ ਰਿਸ਼ਤੇ ਨੇ ਆਪਣੇ ਸੁੱਖਾਂ ਦੇ ਨੇ, ਸਾਰਿਆਂ ਨੂੰ ਤੇਰੇ ਸੁੱਖਾਂ ਨਾਲ ਮਤਲਬ ਹੈ, ਇਸ ਕਰਕੇ ਉਹ ਤੇਰੇ ਨਾਲ ਜੁੜੇ ਨੇ। ਜਦੋਂ ਤੂੰ ਸੁੱਖ ਦੇਣਾ ਬੰਦ ਕਰ ਦੇਂਗਾ ਉਦੋਂ ਹੀ ਤੇਰਾ ਦੋਸਤ, ਤੇਰਾ ਦੁਸ਼ਮਣ, ਭਰਾ ਦੂਰ ਹੋ ਜਾਏਗਾ, ਪਤਨੀ ਤਲਾਕ ਹੋ ਜਾਏਗਾ, ਪਤੀ ਦੂਰ ਹੋ ਜਾਏਗਾ। ਸੰਬੰਧ ਸੁੱਖਾਂ ਦੇ ਹੁੰਦੇ ਨੇ, ਇਹ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ। ਇੱਕ ਮੈਂ ਪੰਗਤੀ ਪੜ੍ਹ ਰਿਹਾ ਸੀ ਬਾਣੀ ਵਿੱਚ, ਬੜੀ ਸੋਹਣੀ ਆ। ਮਤਲਬ ਗੁਰੂ ਮਹਾਰਾਜ ਕਹਿੰਦੇ ਨੇ ਵੀ ਖਾਣਾ ਖਾਓ, ਰੱਬ ਨੂੰ ਯਾਦ ਕਰੋ, ਸੋਹਣੇ ਪਲੰਘ 'ਤੇ ਸੌਵੋ, ਰੱਬ ਨੂੰ ਯਾਦ ਕਰੋ। ਇੱਦਾਂ ਬਾਣੀ ਕਹਿੰਦੀ ਆ। ਪਲੰਘ ਸੋਹਣਾ ਹੋਵੇ ਪਰ ਯਾਦ ਰੱਬ ਨੂੰ ਕਰੋ, ਸ਼ੁਕਰ ਕਰੋ, ਜਿਹੇ ਪ੍ਰਸਾਦ ਸੁਖ ਸੇਜ ਸੋਈਜੈ। ਇੱਦਾਂ ਕਰਕੇ ਉਹਨੂੰ ਯਾਦ ਕਰੋ ਵੀ ਤੇਰੇ ਪ੍ਰਸਾਦ ਭਾਵ ਕਿਰਪਾ ਦੇ ਨਾਲ ਇਹ ਬੈੱਡ ਮੈਨੂੰ ਮਿਲਿਆ ਹੈ। ਕਿਉਂਕਿ ਬਨਸਪਤੀ ਜਿਹੜੀ ਆ, ਬਨਸਪਤੀ ਤੂੰ ਅਗਾਉਣਾ, ਬੜੀਆਂ ਮਤਲਬ ਬਰੀਕ ਗੱਲਾਂ ਹੋ ਜਾਂਦੀਆਂ ਨੇ। ਇਹ ਸਾਰੀ ਦਰਖਤ, ਇਹ ਸਾਰੀ ਬਨਸਪਤੀ ਤੂੰ ਉਗਾਈ ਆ, ਉਹਦਾ ਹੀ ਘੜ ਕੇ ਲੱਕੜ ਦਾ ਬੈੱਡ ਬਣਿਆ ਹੈ। ਇਹ ਸਭ ਤੇਰਾ ਹੀ ਆ ਅਸਿੱਧੇ ਰੂਪ 'ਚ। ਅਤੇ ਇੱਦਾਂ ਸ਼ੁਕਰ ਕਰਨਾ ਹੁੰਦਾ। ਪਰ ਬੰਦਾ ਥੋੜ੍ਹਾ ਜਿਹਾ ਉਲਟ ਕਰਦਾ ਹੈ। ਕਬੀਰ ਸਾਹਿਬ ਨੇ ਇਹਨੂੰ ਬੜਾ ਸੋਹਣਾ, ਮੈਂ ਜਦੋਂ ਪੜ੍ਹਿਆ ਬਹੁਤ ਮੈਨੂੰ ਚੰਗਾ ਲੱਗਾ। ਉਦੋਂ ਮੈਂ ਕਿਹਾ ਵੀ ਸੰਗਤ ਵਿੱਚ ਜ਼ਰੂਰ ਇਹ ਰੱਖਣੀ ਗੱਲ। ਕਹਿੰਦੇ ਕਬੀਰ ਚੁਗੈ ਚਿਤਾਰੇ, ਭੀ ਚੁਗੈ ਚੁਗ ਚੁਗ ਚਿਤਾਰੇ। ਕਬੀਰ ਸਾਹਿਬ ਜੀ ਕਹਿੰਦੇ ਇੱਕ ਦਿਨ ਮੈਂ ਤੁਰਿਆ ਜਾ ਰਿਹਾ ਸੀ, ਬੜੀ ਸੋਹਣੀ ਉਹਨਾਂ ਦੇ ਆਪਦੀ ਜੀਵਨ ਦੀ ਗੱਲ ਦੱਸ ਰਹੇ ਨੇ। ਕਹਿੰਦੇ ਮੈਂ ਇੱਕ ਕੂੰਜ ਨੂੰ ਦੇਖਿਆ, ਪੰਛੀ ਸੀ ਕੋਈ। ਚੁਗੈ ਚਿਤਾਰੇ, ਭੀ ਚੁਗੈ ਚੁਗ ਚੁਗ ਚਿਤਾਰੇ। ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਕਹਿੰਦੇ ਉਹ ਕੀ ਕਰਦੀ ਸੀ ਕੂੰਜ, ਦਾਣਾ ਚੁਗ ਲੈਂਦੀ ਸੀ, 2 ਸਕਿੰਟ ਰੁਕ ਜਾਂਦੀ ਸੀ, ਬੱਚਿਆਂ ਨੂੰ ਯਾਦ ਕਰਦੀ ਸੀ ਆਪਦਿਆਂ ਨੂੰ, ਫਿਰ ਚੁਗ ਲੈਂਦੀ ਸੀ, ਫਿਰ ਬੱਚਿਆਂ ਨੂੰ ਯਾਦ ਕਰਦੀ ਸੀ। ਕਿਉਂਕਿ ਉਹ ਬੋਟ ਆਲਣੇ 'ਚ ਨੇ, ਉਹਦੇ 'ਚ ਉੱਥੇ ਉਹਨੇ ਜਾਣਾ ਹੈ, ਉਹਨਾਂ ਨੂੰ ਖਾਣਾ ਉਹਨੇ ਖਵਾਉਣਾ, ਉਹ ਉਹਦਾ ਕਰਮ ਆ।
ਪੰਛੀਆਂ ਦੀ ਜ਼ਿੰਦਗੀ ਭੋਗ ਜੂਨੀ ਹੁੰਦੀ ਆ। ਇਹ ਖਾਣ ਲਈ ਜਿਉਂਦੇ ਨੇ ਬਸ, ਹੋਰ ਨਹੀਂ ਇਹਨਾਂ ਨੂੰ ਬਸ ਇਹਨਾਂ ਦੀ ਜ਼ਿੰਦਗੀ ਹੋਈ ਇੱਦਾਂ ਦੀ ਆ। ਇਹਨਾਂ ਨੇ ਬਸ ਖਾ ਲਿਆ, ਸ਼ੁਕਰ ਕਰ ਲਿਆ, ਫਿਰ ਖਾ ਲਿਆ, ਫਿਰ ਸ਼ੁਕਰ ਕਰ ਲਿਆ। ਇਸ ਕਰਕੇ ਇੱਦਾਂ ਦੇ ਹੁੰਦੇ ਨੇ। ਪਰ ਉੱਥੇ ਕਬੀਰ ਸਾਹਿਬ ਨੇ ਥੋੜ੍ਹਾ ਹੋਰ ਢੰਗ ਨਾਲ ਆਖਿਆ, ਕਹਿੰਦੇ ਕੂੰਜ ਨੇ ਦਾਣੇ ਚੁਗੇ, ਰੁਕ ਗਈ 1 ਸਕਿੰਟ, ਯਾਦ ਕੀਤਾ ਬੱਚਿਆਂ ਨੂੰ, ਫਿਰ ਚੁਗੇ, ਫਿਰ ਬੱਚਿਆਂ ਨੂੰ ਯਾਦ ਕੀਤਾ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਦੁਨੀਆ ਦੇ ਲੋਕ ਇਵੇਂ ਪੈਸੇ ਨੂੰ ਯਾਦ ਕਰਦੇ ਨੇ, ਜੈਸੇ ਬਚਰੇ ਕੂੰਜ ਮਨ, ਜਿੱਦਾਂ ਕੂੰਜ ਦਾਣਾ ਚੁਗਦੀ ਆ ਨਾਲੇ ਬੱਚਿਆਂ ਨੂੰ ਯਾਦ ਕਰਦੀ ਆ। ਬੰਦਾ ਕੰਮ ਧੰਦੇ ਕਰਦਾ ਹੋਇਆ ਪੈਸੇ ਨੂੰ ਇੱਦਾਂ ਯਾਦ ਕਰਦਾ ਜਿੱਦਾਂ ਕੂੰਜ ਦਾਣਾ ਚੁਗਦੀ ਬੱਚਿਆਂ ਨੂੰ ਯਾਦ ਕਰਦੀ ਆ, ਰੱਬ ਨੂੰ ਯਾਦ ਨਹੀਂ ਕਰਦਾ। ਗੱਲ ਅਸਲ 'ਚ ਇਹ ਨਹੀਂ ਹੈ ਕਿ ਅਸੀਂ ਕਿੱਦਾਂ ਦੀ ਸਾਡੀ ਜ਼ਿੰਦਗੀ ਆ, ਗੱਲ ਇਹ ਆ ਕਿ ਅਸੀਂ ਪਿਆਰ ਤੋਂ ਬਿਨਾਂ ਜਿਉ ਰਹੇ ਹਾਂ। ਪਿਆਰ ਹੀ ਪਰਮਾਤਮਾ ਹੈ, ਪਰਮਾਤਮਾ ਹੀ ਪਿਆਰ ਹੈ। ਇਸ ਕਰਕੇ ਜਿਹਦੀ ਜ਼ਿੰਦਗੀ 'ਚ ਪਿਆਰ ਨਹੀਂ, ਸਮਝ ਲਓ ਉਹਦੀ ਜ਼ਿੰਦਗੀ 'ਚ ਪਰਮਾਤਮਾ ਨਹੀਂ। ਅਤੇ ਇਹ ਪਿਆਰ ਕਿੱਥੋਂ ਮਿਲਦਾ ਹੈ? ਸਾਧ ਸੰਗਤ ਬਿਨਾ ਭਾਉ ਨਾ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਗੁਰੂ ਨੂੰ ਰਸਨਾ ਦੇ ਨਾਲ ਜਪ ਕੇ ਹੀ ਪਿਆਰ ਬਣਦਾ ਹੈ, ਨਹੀਂ ਪਿਆਰ ਨਹੀਂ ਬਣਦਾ। ਮੈਂ ਤੁਹਾਨੂੰ ਇੱਕ ਇਤਿਹਾਸ ਦੀ ਗਾਥਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੁਣਾਵਾਂ ਅਤੇ ਬੜੀ ਸੋਹਣੀ ਤੁਹਾਨੂੰ ਲੱਗੇਗੀ। ਭਾਈ ਨੰਦ ਲਾਲ ਜੀ ਦਾ ਪ੍ਰਕਾਸ਼ ਆਪਾਂ ਕਹੀਏ, ਜਨਮ ਨਾ ਕਹੀਏ, ਕਿਉਂਕਿ ਬਹੁਤ ਸੋਹਣੀਆਂ ਉਹਨਾਂ ਦੀਆਂ ਲਿਖਤਾਂ ਨੇ। ਐਸੀਆਂ ਰੂਹਾਂ ਦਾ ਪ੍ਰਕਾਸ਼ ਹੀ ਹੁੰਦਾ ਜਿਹੜਾ ਅੱਜ ਵੀ ਸਾਡੇ ਦਿਲਾਂ 'ਚ ਹੈ। ਅਫਗਾਨਿਸਤਾਨ ਦਾ ਇੱਕ ਸ਼ਹਿਰ ਸੀ ਗਜਨੀ, ਉੱਥੇ ਹੁੰਦਾ ਹੈ ਭਾਈ ਨੰਦ ਲਾਲ ਜੀ। ਅਤੇ ਇਹਨਾਂ ਦੇ ਜਿਹੜੇ ਪਿਤਾ ਜੀ ਹਨ ਨਾ, ਅਤੇ ਉਹ ਬਾਦਸ਼ਾਹ ਔਰੰਗਜ਼ੇਬ ਸੀ ਉਦੋਂ, ਅਤੇ ਉਹਨਾਂ ਦੇ ਪਾਸ ਉਹਨਾਂ ਦੇ ਰਾਜ ਵਿੱਚ ਮੁਨਸ਼ੀ ਦੀ ਡਿਊਟੀ ਕਰਦੇ ਸੀ ਇਹਨਾਂ ਦੇ ਪਿਤਾ ਜੀ। ਦੇਖੋ ਬੰਦੇ ਦੀ ਜ਼ਿੰਦਗੀ ਵਿੱਚ ਬਹੁਤ ਬਦਲਾਵ ਆਉਂਦੇ ਨੇ। ਭਾਈ ਨੰਦ ਲਾਲ ਜੀ ਹਜੇ ਛੋਟੇ ਹੀ ਸੀ, ਜ਼ਿਆਦਾ ਕੋਈ ਉਮਰ ਨਹੀਂ ਸੀ ਹੋਈ, ਅਤੇ ਉਦੋਂ ਇਹਨਾਂ ਦੇ ਮਾਤਾ ਪਿਤਾ ਜੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ, ਛੱਡ ਗਏ ਨੇ। ਜੇ ਆਪਾਂ ਇਹਨਾਂ ਗੱਲਾਂ ਨੂੰ ਲਈਏ ਵੀ ਬੰਦੇ 'ਤੇ ਬਹੁਤ ਹਵਾਵਾਂ ਆਉਂਦੀਆਂ, ਪਰ ਬੰਦਾ ਫਿਰ ਵੀ ਜੇ ਗੁਰੂ ਦੇ ਲੜ ਲੱਗ ਜੇ ਬੜਾ ਕੁਝ ਬਣ ਸਕਦਾ। ਮਾਤਾ ਪਿਤਾ ਜੀ ਉਹਨਾਂ ਦੇ ਚੜ੍ਹਾਈ ਕਰ ਗਏ, ਅਤੇ ਫਿਰ ਭਾਈ ਨੰਦ ਲਾਲ ਜੀ ਨੂੰ ਕਹਿੰਦੇ ਨਾ ਵੀ ਤੁਹਾਡੇ ਪਿਤਾ ਦੀ ਡਿਊਟੀ ਤੁਹਾਨੂੰ ਦੇ ਦਿੰਦੇ ਆ, ਕਿਉਂਕਿ ਇਹਨਾਂ ਦੇ ਪਿਤਾ ਜੀ ਬੜੇ ਵਿਦਵਾਨ ਸੀ, ਇਕੱਲੇ ਮੁਨਸ਼ੀ ਦੀ ਡਿਊਟੀ ਨਹੀਂ ਸੀ ਕਰਦੇ, ਪੜ੍ਹੇ ਲਿਖੇ ਬਹੁਤ ਸੀ, ਜਿਹਦੇ ਕਰਕੇ ਭਾਈ ਸਾਹਿਬ ਜੀ ਨੂੰ ਵੀ ਬੜੀ ਵਿੱਦਿਆ ਆ ਗਈ। ਇਹ ਫਾਰਸੀ ਵਿੱਚ ਅਤੇ ਅਰਬੀ ਵਿੱਚ ਬੜੇ ਮਾਹਰ ਸਨ ਭਾਈ ਨੰਦ ਲਾਲ ਜੀ। ਇਹ ਡਿਊਟੀ ਉਹਨਾਂ ਨੂੰ ਦੇ ਦਿੱਤੀ। ਹੁਣ ਔਰੰਗਜ਼ੇਬ ਨੇ ਆਖਿਆ ਕਿ ਬਹਾਦਰ ਸ਼ਾਹ ਮੇਰਾ ਪੁੱਤਰ ਆ, ਉਹਨੂੰ ਪੜ੍ਹਾਉਣ ਲਈ ਕੋਈ ਉਸਤਾਦ ਚਾਹੀਦਾ ਹੈ, ਅਰਬੀ ਦਾ ਗਿਆਨ ਜਿਹੜਾ ਦੇਵੇ, ਫਾਰਸੀ ਪੜ੍ਹਾਵੇ। ਉਦੋਂ ਭਾਈ ਨੰਦ ਲਾਲ ਜੀ ਦੀ ਡਿਊਟੀ ਲੱਗੀ। ਉਹ ਕਹਿੰਦੇ ਚਲੋ ਮੈਂ ਪੜ੍ਹਾ ਦਿਆ ਕਰਾਂਗਾ। ਇੱਕ ਦਿਨ ਕੀ ਹੋਇਆ, ਔਰੰਗਜ਼ੇਬ ਨੇ ਕੁਰਾਨ ਦੀਆਂ ਆਇਤਾਂ ਪੰਗਤੀਆਂ ਦਿੱਤੀਆਂ, ਕਹਿੰਦੇ ਬਹਾਦਰ ਸ਼ਾਹ ਪੁੱਤਰ ਮੇਰੇ ਦੇ ਅਰਥ ਕਰਕੇ ਲਿਆਈ ਤੂੰ। ਇੱਕ ਦਿਨ ਦੀ ਘਟਨਾ ਹੈ। ਅਤੇ ਉਦੋਂ ਫਿਰ ਬਹਾਦਰ ਸ਼ਾਹ ਨੇ ਫਿਰ ਆਪਣੇ ਉਸਤਾਦ ਜੀ ਭਾਈ ਨੰਦ ਲਾਲ ਜੀ ਨੂੰ ਆਖਿਆ ਵੀ ਤੁਸੀਂ ਕਰ ਦਿਓ ਇਹ ਅਰਥ, ਪਿਤਾ ਜੀ ਨੇ ਮੰਗੇ ਨੇ। ਭਾਈ ਨੰਦ ਲਾਲ ਜੀ ਨੇ ਅਰਥ ਕਰ ਦਿੱਤੇ, ਫਾਰਸੀ ਵਿੱਚ ਕੀਤੇ। ਉਹ ਅਰਥ ਬਹਾਦਰ ਸ਼ਾਹ ਨੇ ਜਾ ਕੇ ਔਰੰਗਜ਼ੇਬ ਨੂੰ ਫੜਾਏ। ਔਰੰਗਜ਼ੇਬ ਯਕੀਨ ਨਹੀਂ ਸੀ ਮੰਨਦਾ, ਕਹਿੰਦਾ ਇਹ ਅਰਥ ਤੇਰੇ ਨਹੀਂ ਕੀਤੇ ਹੋਏ, ਮੈਂ ਜਾਣਦਾ, ਤੂੰ ਮੇਰਾ ਪੁੱਤਰ ਹਾਂ ਨਾ, ਅਤੇ ਮੈਨੂੰ ਪਤਾ ਹੀ ਆ ਵੀ ਤੂੰ ਕਿੱਥੇ ਕੁ ਮਤਲਬ ਤੇਰੀ ਸੋਚ ਹੋਵੇਗੀ। ਇਹ ਕਿਸੇ ਬੜੇ ਉੱਚੇ ਵਿਦਵਾਨ ਦੇ ਅਰਥ ਕੀਤੇ ਨੇ। ਫਿਰ ਉਹਨੇ ਦੱਸਿਆ, ਕਹਿੰਦਾ ਇਹ ਭਾਈ ਨੰਦ ਲਾਲ ਜੀ ਨੇ ਕੀਤੇ ਨੇ, ਉਹਨਾਂ ਦੇ ਅਰਥ ਨੇ। ਔਰੰਗਜ਼ੇਬ ਨੇ ਉਦੋਂ ਫਿਰ ਹੁਕਮ ਕੀਤਾ, ਕਹਿੰਦਾ ਇਹੋ ਜਿਹਾ ਬੰਦਾ ਜਿਹੜਾ ਫਾਰਸੀ ਦਾ ਗਿਆਤਾ ਹੈ, ਅਰਬੀ ਦਾ ਗਿਆਤਾ, ਜੋ ਕੁਰਾਨ ਦਾ ਇੱਦਾਂ ਤਰਜਮਾ ਕਰ ਸਕਦਾ, ਅਤੇ ਆਰਡਰ ਉਹਨੇ ਦਿੱਤਾ, ਕਹਿੰਦਾ ਇਹਨੂੰ ਮੁਸਲਮਾਨ ਬਣਾਓ, ਇਹਨੂੰ ਆਪਣਾ ਦੀਨ ਕਬੂਲ ਕਰਵਾਓ, ਜੇ ਨਹੀਂ ਕਰਦਾ ਤੇ ਮਾਰ ਦਿਓ। ਇਹ ਤੁਸੀਂ ਪਹਿਲਾਂ ਵੀ ਸੁਣਦੇ ਰਹੇ ਹੋ। ਇੱਕ ਹੱਥ 'ਚ ਕੁਰਾਨ, ਇੱਕ ਹੱਥ 'ਚ ਤਲਵਾਰ ਕਿਰਪਾਨ, ਕਹਿੰਦੇ ਦੱਸ ਤੈਨੂੰ ਕੀ ਮਨਜ਼ੂਰ ਆ। ਇਹ ਔਰੰਗਜ਼ੇਬ ਦਾ ਅਸੂਲ ਸੀ, ਜੇ ਕੁਰਾਨ ਚੁਣੇਗਾ ਤੇ ਬਚ ਜਾਏਗਾ, ਨਹੀਂ ਫਿਰ ਕਿਰਪਾਨ ਤਾਂ ਹੈਗੀ ਆ,
ਤਲਵਾਰ ਤਾਂ ਹੈਗੀ, ਕੱਟ ਦਾਂਗਾ। ਭਾਈ ਨੰਦ ਲਾਲ ਜੀ ਨੂੰ ਫਿਰ ਬਹਾਦਰ ਸ਼ਾਹ ਦੇ ਉਸਤਾਦ ਸੀ ਨਾ, ਬਹਾਦਰ ਸ਼ਾਹ ਨੂੰ ਤਰਸ ਆ ਗਿਆ। ਕਹਿੰਦੇ ਦੇਖੋ ਉਸਤਾਦ ਜੀ, ਤੁਸੀਂ ਇਹ ਛੱਡ ਜੋ ਇੱਥੋਂ, ਗਜਨੀ ਇੱਥੋਂ ਛੱਡ ਕੇ ਤੇ ਕਿਤੇ ਹੋਰ ਵਸੇਬਾ ਕਰ ਲਓ, ਪਰ ਔਰੰਗਜ਼ੇਬ ਤੁਹਾਨੂੰ ਲੱਭ ਹੀ ਲਵੇਗਾ, ਲੱਭ ਲੈਣਾ ਉਹਨੇ। ਇੱਕ ਟਿਕਾਣਾ ਮੈਂ ਤੁਹਾਨੂੰ ਦੱਸਦਾ ਹਾਂ, ਤੁਸੀਂ ਉੱਥੇ ਚਲੇ ਜਾਓ, ਉੱਥੇ ਤੁਹਾਨੂੰ ਕੋਈ ਕੁਝ ਨਹੀਂ ਕਹਿ ਸਕਦਾ। ਉਹ ਅਨੰਦਪੁਰ ਸਾਹਿਬ ਆ, ਉੱਥੇ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਨੇ, ਤੁਸੀਂ ਉਹਨਾਂ ਕੋਲ ਜਾਓ। ਇਹ ਔਰੰਗਜ਼ੇਬ ਦੀ ਉੱਥੇ ਤੱਕ ਪਹੁੰਚ ਨਹੀਂ ਆ, ਬਾਕੀ ਇਹ ਸਾਰੀਆਂ ਜਗ੍ਹਾ 'ਤੇ ਤੁਹਾਨੂੰ ਲੱਭ ਕੇ ਨਾ ਤੇ ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕਰਦਾ ਹੀ ਰਹਿਣਾ। ਦੇਖੋ ਜਿਹੜੇ ਚੰਗੇ ਉਸਤਾਦ ਹੁੰਦੇ ਸੀ, ਔਰੰਗਜ਼ੇਬ ਦੀ ਇਹ ਸੋਚ ਸੀ ਕਿ ਇਹ ਸਾਡੇ ਇਸਲਾਮ ਵਿੱਚ ਹੋਣ। ਮੰਨ ਲਓ ਕੋਈ ਵੱਡਾ ਵਿਦਵਾਨ ਆ ਨਾ, ਬੜਾ ਚੰਗਾ, ਤੇ ਉਹਨੇ ਕਹਿਣਾ ਇਹ ਮੁਸਲਮਾਨ ਬਣ ਜੇ। ਭਾਈ ਨੰਦ ਲਾਲ ਜੀ ਦੀਆਂ ਲਿਖਤਾਂ ਉਹਨੂੰ ਪਸੰਦ ਆਈਆਂ, ਕਹਿੰਦਾ ਸੀ ਇਹ ਮੁਸਲਮਾਨ ਬਣ ਜੇ ਤੇ ਸਾਡੇ ਧਰਮ 'ਚ ਲੋਕ ਕਹਿਣਗੇ ਮੁਸਲਮਾਨਾਂ ਦੇ ਵਿੱਚ ਇੱਕ ਨੰਦ ਲਾਲ ਹੋਇਆ। ਨੰਦ ਲਾਲ ਹੋਇਆ, ਬੜਾ ਹੀ ਵਿਦਵਾਨ ਸੀ, ਤਾਂ ਕਰਕੇ ਉਹ ਧੱਕਾ ਕਰ ਰਿਹਾ ਸੀ। ਉਦੋਂ ਭਾਈ ਨੰਦ ਲਾਲ ਜੀ ਦਾ ਫਿਰ ਇੰਨਾ ਗਿਆਨਵਾਨ ਹੋਣ ਕਰਕੇ ਸ਼ਾਦੀ ਵੀ ਛੇਤੀ ਹੋ ਗਈ, ਇਹਨਾਂ ਦੀ ਵਿਆਹ ਵੀ ਛੇਤੀ ਹੋ ਗਿਆ ਸੀ। ਤੇ ਇਹਨਾਂ ਦੀ ਜਿਹੜੀ ਪਤਨੀ ਸੀ ਨਾ, ਵਾਈਫ ਸੀ, ਉਹ ਇੰਨਾ ਪਿਆਰ ਕਰਦੀ ਸੀ ਬਾਣੀ ਨਾਲ। ਉਹ ਗੁਰੂ ਨਾਨਕ ਜੀ ਦੀ, ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਸੀ, ਉਹਨੇ ਅੰਦਰ ਸਿੱਖੀ ਸੀ। ਜਦੋਂ ਨਵੀਂ ਵਿਆਹੀ ਆਈ ਆ, ਅਗਲੇ ਦਿਨ ਹੀ ਉਹਨੇ ਪੁੱਛਿਆ ਨੰਦ ਲਾਲ ਜੀ ਨੂੰ ਕਿ ਮੈਂ ਇੱਕ ਬੇਨਤੀ ਕਰਨੀ ਤੁਹਾਨੂੰ, ਕਿ ਮੈਨੂੰ ਨਾ ਇੱਕ ਮੇਰਾ ਸੁਭਾਅ ਹੈ ਸਵੇਰੇ ਉੱਠ ਕੇ ਬਾਣੀ ਪੜ੍ਹਨਾ ਗੁਰੂ ਨਾਨਕ ਜੀ ਦੀ, ਕੀ ਮੈਂ ਪੜ੍ਹ ਸਕਦੀ ਹਾਂ? ਮੈਂ ਤੁਹਾਡੇ ਘਰ ਦੇ ਅਨੁਸਾਰ ਜਿਹੜੇ ਨਿਯਮ ਨੇ ਉਹ ਦੱਸਣਾ ਚਾਹੁੰਦੀ ਤੇ ਪੁੱਛਣਾ ਚਾਹੁੰਦੀ ਹਾਂ। ਉਦੋਂ ਭਾਈ ਨੰਦ ਲਾਲ ਜੀ ਨੇ ਕਿਹਾ ਸੀ ਤੂੰ ਉੱਚੀ ਬੋਲ ਕੇ ਪੜ੍ਹਿਆ ਕਰੀ, ਨਾਲੇ ਮੇਰੇ ਕੰਨਾਂ ਵਿੱਚ ਪਿਆ ਕਰੇਗੀ, ਮੇਰਾ ਵੀ ਪਿਆਰ ਪਊਗਾ ਬਾਣੀ ਨਾਲ। ਉਦੋਂ ਇਹਨਾਂ ਦੀ ਪਤਨੀ ਪੜ੍ਹਦੀ ਰਹੀ ਆ ਬਾਣੀ, ਪਹਿਲਾਂ ਹੀ ਇਹਨਾਂ ਦਾ ਸਿਨੇ ਪੈ ਗਿਆ ਸੀ ਬਾਣੀ ਨਾਲ, ਉਦੋਂ ਜਾਗ ਹਜੇ ਲੱਗ ਰਿਹਾ ਸੀ। ਉਦੋਂ ਬਾਅਦ ਇਹ ਅਨੰਦਪੁਰ ਸਾਹਿਬ ਆਏ, ਉੱਥੇ ਦੇਖਿਆ ਮਹਾਰਾਜ ਦੀ ਮਰਿਆਦਾ, ਲੰਗਰ ਪ੍ਰਥਾ, ਪੰਗਤ ਪ੍ਰਥਾ। ਹੁਣ ਇਹ ਚਾਹੁੰਦੇ ਨੇ ਕਿ ਸਤਿਗੁਰੂ ਜੀ ਮੈਨੂੰ ਇੱਦਾਂ ਮੇਰੀ ਵਿੱਦਿਆ ਦੇ ਅਨੁਸਾਰ, ਕਿਉਂਕਿ ਹਰ ਬੰਦੇ ਨੂੰ ਹੁੰਦਾ, ਦੇਖੋ ਜਿਹਨੇ ਤਾਲੀਮ ਹਾਸਿਲ ਕੀਤੀ ਹੋਵੇ ਕਈ ਸਾਲ ਲਾ ਕੇ, ਉਹਨੂੰ ਇਹ ਹੁੰਦਾ ਹੀ ਆ ਉਹਦੇ ਦਿਲ ਵਿੱਚ ਕਿ ਮੈਨੂੰ ਇਹ ਰੁਤਬੇ ਦੇ ਅਨੁਸਾਰ ਡਿਊਟੀ ਮਿਲੇ, ਮੈਨੂੰ ਹੋਰ ਨਾ ਡਿਊਟੀ ਮਿਲੇ। ਇੱਦਾਂ ਮਨ 'ਚ ਸੀ ਕਿ ਮਹਾਰਾਜ ਮੈਨੂੰ ਕੋਈ ਇੱਦਾਂ ਦੀ ਹੀ ਡਿਊਟੀ ਦੇਣ ਦਰਬਾਰ 'ਚ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਖ ਕੀਤੇ ਬਿਨਾ, ਕਦੇ ਵੀ ਕਿਸੇ ਨੂੰ ਸੂਈ ਦੇ ਨੱਖੇ 'ਚੋਂ ਲੰਘਾਏ ਬਿਨਾ, ਤੇ ਮਹਾਰਾਜ ਫਿਰ ਅਹੁਦਾ ਨਹੀਂ ਨਾ ਦਿੰਦੇ ਕੋਈ, ਉਹਨਾਂ ਨੂੰ ਤਾਂ ਕਵੀ ਰੱਖਣਾ ਸੀ। ਰਾਮ ਕਸੌਟੀ ਕਬੀਰ, ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ, ਜੋ ਮਰ ਜੀਵਾ ਹੋਏ। ਇਹਨਾਂ ਨੇ ਆ ਕੇ ਰਹਿਣਾ ਕੀਤਾ, ਪਰ ਮਹਾਰਾਜ ਨੇ ਦਰਸ਼ਨ ਨਹੀਂ ਦਿੱਤੇ ਭਾਈ ਨੰਦ ਲਾਲ ਜੀ ਨੂੰ। ਪਹਿਲਿਆਂ ਦੀਆਂ ਗੱਲਾਂ ਨੇ, ਮਿਲੇ ਨਹੀਂ, ਪਹਿਲਾਂ ਨਹੀਂ ਮਿਲੇ। ਤੇ ਆਖਿਆ ਕਿ ਨੰਦ ਲਾਲ ਨੂੰ ਕਹਿ ਦੋ ਲੰਗਰਾਂ 'ਚ ਸੇਵਾ ਕਰਿਆ ਕਰੇ, ਪਹਿਲਾਂ ਬਰਤਨ ਮਾਂਜਿਆ ਕਰੇ ਤੇ ਲੰਗਰ ਪ੍ਰਥਾ ਜੋ ਆ ਉਹਨੂੰ ਅੱਗੇ ਵਧਾਵੇ। ਇੱਦਾਂ ਹੀ ਹੋਇਆ ਤੇ ਬਰਤਨ ਮਾਂਜਦੇ ਨੇ, ਭਾਂਡੇ ਮਾਂਜਦੇ ਭਾਈ ਨੰਦ ਲਾਲ ਜੀ ਰੋਜ਼, ਜਿਵੇਂ ਜਿਵੇਂ ਮਾਂਜੀ ਜਾਂਦੇ ਨੇ ਤਿਵੇਂ ਤਿਵੇਂ ਮਨ ਵੀ ਉਹਨਾਂ ਦਾ ਮਾਂਜਿਆ ਜਾ ਰਿਹਾ। ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਪਰਖੀਏ ਤਾਂ ਸਹੀ, ਆਪਾਂ ਬੜਾ ਸਮਾਂ ਹੋ ਗਿਆ, ਹੁਣ ਪਰਖੀਏ ਸਹੀ। ਆਪਣੀ ਕਲਗੀ ਉਤਾਰ ਕੇ ਬਿਲਕੁਲ ਸਾਧੂ ਬਣ ਗਏ, ਆਮ ਜਿੱਦਾਂ ਭੇਸ ਰੂਪ ਬਦਲ ਲਿਆ ਪ੍ਰੀਖਿਆ ਲਈ। ਬੜੇ ਲੰਗਰ ਸਿੱਖ ਚਲਾ ਰਹੇ ਸੀ ਘਰਾਂ ਦੇ ਅੰਦਰ। ਸਭ ਨੂੰ ਜਾ ਕੇ ਆਖਿਆ ਰਾਤ ਨੂੰ ਕਿ ਮੈਨੂੰ ਭੁੱਖ ਲੱਗੀ ਆ, ਪ੍ਰਸ਼ਾਦਾ ਛਕਾਓ। ਕੋਈ ਕਹੇ ਜੀ ਆ ਵੇਲਾ ਨਹੀਂ ਹਜੇ ਪ੍ਰਸ਼ਾਦੇ ਦਾ, ਵੀ ਇਹ ਤਾਂ ਸੁਬਾਹ ਤੋਂ ਲੈ ਕੇ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਹੀ ਹੁੰਦਾ, ਸ਼ਾਮ ਨੂੰ ਇੰਨੇ ਵਜੇ ਤੱਕ, ਇੰਨੀ ਅੱਧੀ ਰਾਤ ਨੂੰ ਅਸੀਂ ਨਹੀਂ ਛਕਾਉਂਦੇ। ਤਾਂ ਉੱਥੋਂ ਮਹਾਰਾਜ ਅੱਗੇ ਜਾਂਦੇ ਨੇ, ਅੱਗੇ ਸਿੱਖਾਂ ਦੇ ਲੰਗਰ ਨੇ। ਸਭ ਨੇ ਜਾਣੀ ਕਿ ਮਹਾਰਾਜ ਨੂੰ ਜਵਾਬ ਦਿੱਤਾ ਉਦੋਂ ਵੀ ਅੱਧੀ ਰਾਤ ਹੋਈ, ਜਾਣਦੇ ਨਹੀਂ ਨਾ ਕਲਗੀਆਂ ਵਾਲਾ ਹੈ। ਤੇ ਮਹਾਰਾਜ ਕਹਿੰਦੇ ਮੁਸਾਫਰਾਂ ਨਾਲ ਵੀ ਇੱਦਾਂ ਹੀ ਕਰਦੇ ਹੋਣਗੇ, ਮੈਂ ਵੀ ਮੁਸਾਫਰ ਬਣ ਕੇ ਆਇਆ ਤੇ ਮੁਸਾਫਰਾਂ ਨਾਲ ਇੱਦਾਂ ਹੀ ਕਰਦੇ ਹੋਣਗੇ। ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਗਏ, ਜਿੱਥੇ ਉਹਨਾਂ ਚਲਾਇਆ ਸੀ ਰਾਹੀਆਂ ਪਾਂਧੀਆਂ ਵਾਸਤੇ। ਕਹਿੰਦੇ ਜੀ ਪ੍ਰਸ਼ਾਦਾ ਛਕਣਾ ਹੈ,
ਭਾਈ ਸਾਹਿਬ ਜੀ ਕਹਿਣ ਲੱਗੇ ਕਿ ਪ੍ਰਸ਼ਾਦਾ ਹਜੇ ਬਣ ਰਿਹਾ ਹੈ, ਤੇ ਉਹ ਕਹਿੰਦੇ ਫਿਰ ਮੈਂ ਜਾਂਦਾ ਹਾਂ, ਲੇਟ ਹੋ ਜਾਵਾਂਗਾ। ਕਹਿੰਦੇ ਨਹੀਂ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਲੰਗਰ ਹੈ, ਇੱਥੋਂ ਮੈਂ ਤੁਹਾਨੂੰ ਜਾਣ ਨਹੀਂ ਦੇਣਾ, ਬੈਠੋ। ਰਿੱਝਦੀ ਦਾਲ ਰਿੱਝ ਰਹੀ ਆ, ਕਿ ਮੈਂ ਜੇ ਤੁਸੀਂ ਲੇਟ ਹੋ ਤੇ ਉੱਦਾਂ ਹੀ ਲਿਆ ਦਾਂ, ਮਤਲਬ ਆਮ ਆਪਾਂ ਕਹਿੰਦੇ ਪਕਾ ਕੇ ਲਿਆਈਏ। ਉਹਨਾਂ ਆਖਿਆ ਵੀ ਮੈਂ ਤੁਹਾਨੂੰ ਖਾਲੀ ਨਹੀਂ ਜਾਣ ਦੇਣਾ, ਰਿੱਝ ਰਹੀ ਆ ਦਾਲ ਅੰਦਰ, ਮੈਂ ਉੱਦਾਂ ਹੀ ਲਿਆ ਦਿੰਦਾ, ਪਰ ਮੈਂ ਖਾਲੀ ਨਹੀਂ ਤੁਹਾਨੂੰ ਜਾਣ ਦੇਣਾ। ਤਾਂ ਇੱਦਾਂ ਫਿਰ ਉਹ ਮਹਾਰਾਜ ਜੀ ਜਿਹੜੇ ਸਾਧੂ ਬਣੇ ਸੀ ਬੈਠ ਗਏ ਨੇ। ਫਿਰ ਇਹਨਾਂ ਨੇ ਪ੍ਰਸ਼ਾਦਾ ਛਕਾਇਆ। ਅਗਲੇ ਦਿਨ ਦਰਬਾਰ ਸਜਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਖਿਆ ਹੁਣ ਬੁਲਾਓ ਨੰਦ ਲਾਲ ਜੀ ਨੂੰ। ਉਦੋਂ ਇਹ ਪਹਿਲੀ ਮੁਲਾਕਾਤ ਇੱਦਾਂ ਹੋਈ ਆ। ਜਦੋਂ ਮੁਲਾਕਾਤ ਹੋਈ ਆਖਿਆ ਸਾਰਿਆਂ ਦੇ ਲੰਗਰ ਜਿਹੜੇ ਉਹ ਕਸਵੱਟੀ ਤੇ ਨਹੀਂ ਉਤਰਦੇ, ਨੰਦ ਲਾਲ ਦਾ ਚਲਾਇਆ ਲੰਗਰ ਅਸਲ ਆ। ਜਦੋਂ ਕੋਈ ਆ ਜਾਵੇ ਇਹਨਾਂ ਕੋਲ ਆ ਟਾਈਮ ਨਹੀਂ ਕੋਈ, ਉਦੋਂ ਫਿਰ ਛਕਾਉਂਦੇ ਸੀ। ਇਹਨਾਂ ਨੇ ਇਹ ਨਹੀਂ ਆਖਿਆ ਕੋਈ ਟਾਈਮ ਨਹੀਂ, ਤੁਸੀਂ ਸਾਰਿਆਂ ਨੂੰ ਇੱਦਾਂ ਹੀ ਕਹਿੰਦੇ ਹੋਵੋਗੇ। ਇਸ ਕਰਕੇ ਮਹਾਰਾਜ ਨੇ ਆਖਿਆ ਨੰਦ ਲਾਲ ਅੱਜ ਪਾਸ ਹੋਇਆ। ਉੱਥੇ ਗੰਜਨਾਮਾ ਇਹਨਾਂ ਦੀ ਇੱਕ ਰਚਨਾ ਉਚਾਰੀ ਆ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ। ਇੱਥੇ ਉਚਾਰਿਆ ਹੈ ਭਾਈ ਨੰਦ ਲਾਲ ਜੀ ਨੇ। ਫਿਰ ਬਹੁਤ ਪਿਆਰ ਦੇ ਨਾਲ ਜੱਫੀ ਪਾ ਕੇ ਗਲਵੱਕੜੀ ਵਿੱਚ ਲਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੇ। ਇਉਂ ਲੱਗਦਾ ਸੀ ਜਿਵੇਂ ਬੂੰਦ ਸਾਗਰ ਵਿੱਚ ਜਾ ਕੇ ਮਿਲ ਗਈ ਹੁੰਦੀ ਆ। ਇੱਦਾਂ ਵਾਲੀ ਇਹ ਪਹਿਲੀ ਮੁਲਾਕਾਤ ਸੀ ਭਾਈ ਨੰਦ ਲਾਲ ਜੀ ਦੀ, ਜਿਹੜੇ 52 ਕਵੀਆਂ ਦੇ ਵਿੱਚੋਂ ਜੇ ਆਪਾਂ ਦੇਖੀਏ ਤੇ ਜਿਨ੍ਹਾਂ ਨੇ ਸਭ ਤੋਂ ਵੱਧ ਮਹਾਰਾਜ ਦੇ ਬਾਰੇ ਵਿੱਚ ਲਿਖਿਆ ਹੈ, ਗਜ਼ਲਾਂ ਲਿਖੀਆਂ ਨੇ ਇੰਨੀਆਂ ਸੋਹਣੀਆਂ, ਇੰਨੀਆਂ ਸੋਹਣੀਆਂ। ਕਹਿੰਦੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗਲੀ ਵਿੱਚੋਂ ਕੋਈ ਮੰਗਤਾ ਲੰਘ ਜਾਵੇ ਨਾ, ਤੇ ਉਹ ਦੁਨੀਆ ਦੀ ਬਾਦਸ਼ਾਹੀ ਤੇ ਲੱਤ ਮਾਰ ਦਿੰਦਾ ਹੈ। ਕੋਈ ਮੰਗਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੂਚੇ ਵਿੱਚੋਂ, ਕੂਚਾ ਲਿਖਦੇ ਨੇ, ਗਲੀ ਨੂੰ ਕਹਿੰਦੇ ਨੇ ਕੂਚਾ, ਤੇ ਉਹਨਾਂ ਦੀ ਭਾਸ਼ਾ ਉੱਦਾਂ ਦੀ ਸੀ। ਕੂਚੇ ਵਿੱਚੋਂ ਲੰਘ ਜੇ ਨਾ, ਤੇ ਜੇ ਕੋਈ ਉਹਨੂੰ ਆਖੇ ਆ ਲੈ ਤੈਨੂੰ ਤਖਤ ਦਿੰਨੇ ਆ, ਉਹ ਕਹੇਗਾ ਮੈਨੂੰ ਤਖਤ ਨਹੀਂ ਚਾਹੀਦਾ, ਮੈਨੂੰ ਗੋਬਿੰਦ ਜੀ ਦੀ ਗਲੀ ਚਾਹੀਦੀ ਆ। ਇੱਦਾਂ ਦੀਆਂ ਉਹਨਾਂ ਦੀਆਂ ਲਿਖਤਾਂ ਨੇ। ਗੰਜਨਾਮਾ ਹੈ ਤੇ ਬੰਦਗੀਨਾਮਾ ਹੈ, ਬੜੀਆਂ ਸੋਹਣੀਆਂ ਸੋਹਣੀਆਂ ਉਹਨਾਂ ਦੀਆਂ ਕਿਤਾਬਾਂ ਨੇ। ਸੋ ਮੈਂ ਤਾਂ ਹੀ ਤੁਹਾਨੂੰ ਕਹਿਣਾ ਹੁੰਦਾ, ਆਪਾਂ 24 ਕੁ ਘੰਟੇ ਹੁੰਦੇ ਨੇ, ਚਲੋ 12 ਕੁ ਘੰਟੇ ਕੰਮ ਦੇ ਕੱਢ ਲਓ, 1 ਘੰਟਾ ਥੋੜ੍ਹਾ ਥੋੜ੍ਹਾ ਮਤਲਬ ਚੰਗੀਆਂ ਕਿਤਾਬਾਂ ਲਿਆ ਕੇ ਰੱਖੋ। ਡਾਕਟਰਾਂ ਨੂੰ ਆਪਾਂ ਬਥੇਰੇ ਪੈਸੇ ਦੇ ਦਿੰਦੇ ਹਾਂ, 500-1000 ਰੁਪਈਆ ਕੋਈ ਬਾਹਲੀ ਚੀਜ਼ ਨਹੀਂ ਹੁੰਦੀ। ਇੰਨੇ ਕੁ ਦੀਆਂ 5-6 ਕਿਤਾਬਾਂ ਆ ਜਾਂਦੀਆਂ ਨੇ। ਥੋੜ੍ਹਾ ਥੋੜ੍ਹਾ ਉਹਨਾਂ ਨੂੰ ਭਾਈ ਪੜ੍ਹਿਆ ਕਰੋ, ਪਿਆਰ ਨਾਲ ਰਹੀਏ ਆਪਾਂ। ਜ਼ਿੰਦਗੀ ਬੜੀ ਥੋੜ੍ਹੀ ਆ। ਮਹਾਰਾਜ ਕਹਿੰਦੇ ਨੇ ਅੰਤ ਬਾਰ ਨਾਨਕ ਬਿਨ ਹਰਜੀ ਕੋਊ ਕਾਮ ਨਾ ਆਇਓ। ਪਹਿਲਾਂ 100-100 ਸਾਲ ਦੇ ਬਜ਼ੁਰਗ ਹੁੰਦੇ ਸੀ, 100-100 ਸਾਲ ਤੱਕ ਜਿਉਂਦੇ ਸੀ। ਹੁਣ ਤਾਂ ਪਤਾ ਹੀ ਨਹੀਂ ਕੋਈ, ਇੰਨੀਆਂ ਬਿਮਾਰੀਆਂ ਨੇ। ਸੋ ਹਮੇਸ਼ਾ ਉਹਦੀ ਰਜਾ ਵਿੱਚ ਰਹੀਏ। ਮਰਨਾ ਨਾਮ ਹੈ ਮੁੱਕ ਜਾਣੇ ਦਾ, ਮੁੱਕ ਗਿਆ ਬਸ ਹੋਈ। ਮਰ ਗਿਆ ਜਿਹੜਾ ਦੁਨੀਆ ਵਿੱਚੋਂ, ਮੁੜ ਕੇ ਮਿਲਿਆ ਨਾ ਕੋਈ। ਦਮ ਦੇ ਨਾਲੇ ਆਦਮ ਬਣਿਆ, ਦਮ ਮੁੱਕਾ ਬਸ ਹੋਇਆ। ਬਸ ਸਾਹ ਦੀ ਸਾਰੀ ਖੇੜਾ, ਹਰ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ। ਮਤ ਕੇ ਜਾਪੇ ਸਾਵੇ ਕੇ ਨਾ ਆਵੇ ਰਾਮ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਪਰਮਾਤਮਾ ਨੂੰ ਜਪਣ ਲੱਗਾ ਢਿੱਲ ਨਾ ਕਰੀ, ਕੀ ਪਤਾ ਅਗਲਾ ਸਾਹ ਤੈਨੂੰ ਆਉਣਾ ਕਿ ਨਹੀਂ ਆਉਣਾ। ਸਾਹਾਂ ਨੂੰ ਸਹੀ ਵਰਤੋਂ ਕਰ, ਰੱਬ ਰੱਬ ਕਰ, ਕਿਸੇ ਨਾਲ ਈਰਖਾ ਨਾ ਕਰ। ਜੋ ਤੇਰਾ ਬੁਰਾ ਕਰਦਾ ਹੈ ਉਹਨੂੰ ਰੱਬ ਦੇਖੇਗਾ, ਤੂੰ ਨਾ ਪਲਟ ਕੇ ਉਹਨੂੰ ਬਾਹਰ ਕਰੀ। ਉਹ ਰੱਬ ਤੇ ਛੱਡ ਦੇ। ਇਸ ਕਰਕੇ ਤੂੰ ਰੱਬ ਰੱਬ ਕਰ, ਉਹ ਆਪੇ ਤੇਰੀ ਰਾਖੀ ਕਰੇਗਾ। ਇਤਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਸਾਧ ਸੰਗਤ ਜੀ, ਆਪ ਜੀ ਨੇ ਬੜੇ ਪਿਆਰ ਤੇ ਧਿਆਨ ਦੇ ਨਾਲ ਇਹ ਮਹਾਰਾਜ ਦੀ ਬਾਣੀ ਨੂੰ ਸੁਣਿਆ ਹੈ। ਸਭ ਦਾ ਧੰਨਵਾਦ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਅਤੇ ਭਾਈ ਨੰਦ ਲਾਲ ਜੀ ਦੀ ਸ਼ਾਨ ਬੜੀ ਉੱਚੀ ਸੁੱਚੀ ਹੈ ਜੀ। ਬੋਲਦਿਆਂ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ। ਆਓ ਹੁਣ ਆਪਾਂ ਰਲ ਮਿਲ ਕੇ ਅੱਖਾਂ ਮੀਟ ਕੇ ਚੌਂਕੜਾ ਮਾਰ ਕੇ ਪੂਰਾ ਵਧੀਆ ਧਿਆਨ ਦੇ ਨਾਲ ਤੇ ਇਕਾਗਰਤਾ ਨਾਲ 2-3 ਮਿੰਟ ਵਾਸਤੇ ਵਾਹਿਗੁਰੂ ਕਹੀਏ।
ਉਸ ਤੋਂ ਬਾਅਦ ਪਿਆਰੇ ਦੀ ਅਰਦਾਸ ਵਿੱਚ ਜੁੜਨਾ ਕਰੀਏ ਜੀ। ਵਾਹਿਗੁਰੂ ਦੇਹੋ ਸੱਜਣ ਸੀਸੜੀਆਂ ਕਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਓ।